ਵਾਹਿਗੁਰੂ ਸਾਹਿਬ ਜੀ। ਦਿਲੋਂ ਮੁਹੱਬਤ ਜਿਨ ਸਈ ਸਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕਚਿਆ। ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨਾ ਨਾਮ ਤੇ ਭੋਏ ਪਹਾੜ ਥੀਏ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਆਸਾ ਹਿੰਦੂ ਤੁਰਕ ਕਹਾਂ ਤੇ ਆਏ, ਕਿਨ ਇਹ ਰਾਹ ਚਲਾਈ। ਦਿਲ ਮੈਂ ਸੋਚ ਵਿਚਾਰ ਕਵਾਦੇ, ਇਸਤ ਦੋਜਕ ਕਿਨ ਪਾਈ। ਕਾਜੀ ਤੈਂ ਕਵਨ ਕਤੇਬ ਬਖਾਨੀ, ਪੜਤ ਗੁਨਤ ਐਸੇ ਸਭ ਮਾਰੇ, ਕਿਨਹੂ ਖਬਰ ਨ ਜਾਨੀ। ਰਹਾਉ ਸਕਤ ਸਨੇਹ ਕਰ ਸੁਨਤ ਕਰੀਐ, ਮੈਂ ਨਾ ਬਦੋਂਗਾ ਭਾਈ। ਜੋਰੇ ਖੁਦਾਏ ਮੋਹ ਤੁਰਕ ਕਰੇਗਾ, ਆਪਨ ਹੀ ਕਟ ਜਾਈ। ਸੁਨਤ ਕੀਏ ਤੁਰਕ ਜੇ ਹੋਏਗਾ, ਔਰਤ ਕਾ ਕਿਆ ਕਰੀਐ। ਅਰਧ ਸਰੀਰੀ ਨਾਰ ਨ ਛੋੜੈ, ਤਾਤੇ ਹਿੰਦੂ ਹੀ ਰਹੀਐ। ਛਾੜ ਕਤੇਬ ਰਾਮ ਭਜ ਬੋਰੇ, ਜ਼ੁਲਮ ਕਰਤ ਹੈ ਭਾਰੀ। ਕਬੀਰੈ ਪਕੜੀ ਟੇਕ ਰਾਮ ਕੀ, ਤੁਰਕ ਰਹੇ ਪਚਹਾਰੀ। ਛਾੜ ਕਤੇਬ ਰਾਮ ਭਜ ਬੋਰੇ, ਜ਼ੁਲਮ ਕਰਤ ਹੈ ਭਾਰੀ। ਕਬੀਰੈ ਪਕੜੀ ਟੇਕ ਰਾਮ ਕੀ, ਤੁਰਕ ਰਹੇ ਪਚਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਰਵਰੇ ਕਾਇਨਾਤ ਦੇ ਮਾਲਕ
ਭਗਤ ਵਛਲ ਕਿਰਪਾ ਨਿਧਾਨ ਜਗਤ ਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਪਾਕ ਹਜ਼ੂਰੀ ਵਿੱਚ ਸੁਭਾਏਮਾਨ ਹੋਏ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ ਸਤਸੰਗੀ ਜਨੋ। ਇਹ ਪਾਵਨ ਸ਼ਬਦ ਭਗਤਾਂ ਦੀ ਬਾਣੀ ਦੇ ਵਿੱਚੋਂ ਆਸਾ ਰਾਗ ਦਾ 8ਵਾਂ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ। ਕੁਛ ਵਿਦਵਾਨਾਂ ਨੂੰ ਅਸੀਂ ਪੜ੍ਹਦੇ ਹਾਂ ਤਾਂ ਉਹਨਾਂ ਨੇ ਇਸ ਸ਼ਬਦ ਨੂੰ ਵਿਚਾਰਦੇ ਹੋਏ ਕਿਤੇ ਨਾ ਕਿਤੇ ਟਪਲਾ ਵੀ ਖਾਧਾ ਹੈ, ਕਿਉਂਕਿ ਕਈ ਵਿਦਵਾਨ ਸੱਜਣਾ ਦੇ ਟੀਕੇ ਪੜ੍ਹੀਏ ਤੇ ਇਸ ਸ਼ਬਦ ਦੀ ਜੋ ਉਥਾਨਕਾ ਲਿਖੀ ਟੀਕੇਕਾਰਾਂ ਨੇ ਤੇ ਉਹਨਾਂ ਨੇ ਕਬੀਰ ਸਾਹਿਬ ਜੀ ਨੂੰ ਹਿੰਦੂ ਲਿਖ ਦਿੱਤਾ। ਪਰ ਜਦੋਂ ਉਹ ਸ਼ੁਰੂ ਦੇ ਵਿੱਚ ਭਗਤਾਂ ਦਾ ਵੇਰਵਾ ਲਿਖਦੇ ਨੇ ਉਹੀ ਟੀਕਾਕਾਰ, ਤਾਂ ਉਸ ਦੇ ਵਿੱਚ ਭਗਤ ਕਬੀਰ ਸਾਹਿਬ ਨੂੰ ਮੁਸਲਮਾਨ ਕਹਿ ਰਹੇ ਹਨ। ਜਦੋਂ ਭਗਤਾਂ ਦਾ ਵੇਰਵਾ ਲਿਖਿਆ ਜਾਂਦਾ ਹੈ ਉਹਦੇ ਵਿੱਚ ਭਗਤ ਕਬੀਰ ਸਾਹਿਬ ਜੀ ਨੂੰ ਮੁਸਲਮਾਨ ਆਖਿਆ ਜਾਂਦਾ ਹੈ, ਪਰ ਜਦੋਂ ਇਸ ਸ਼ਬਦ ਦੀ ਉਥਾਨਕਾ ਲਿਖਦੇ ਨੇ ਤਾਂ ਉਸ ਦੇ ਵਿੱਚ ਕਿਤੇ ਨਾ ਕਿਤੇ ਭੁਲੇਖਾ ਉਹਨਾਂ ਨੂੰ ਹੋ ਜਾਂਦਾ ਹੈ, ਤੇ ਇਸ ਕਰਕੇ ਉਹ ਕਿਤੇ ਨਾ ਕਿਤੇ ਭਗਤ ਕਬੀਰ ਸਾਹਿਬ ਜੀ ਨੂੰ ਕਹਿਣ ਲੱਗ ਪੈਂਦੇ ਨੇ ਕਿ ਉਹ ਹਿੰਦੂ ਸਨ। ਸੋ ਇਸ ਭਰਮ ਨੂੰ ਦੂਰ ਕਰਨ ਵਾਸਤੇ ਅਸੀਂ ਸ਼ਬਦ ਨੂੰ ਗਹੁ ਨਾਲ ਵਿਚਾਰਾਂਗੇ ਤਾਂ ਗੱਲ ਸਾਰੀ ਕਲੀਅਰ ਹੋਵੇਗੀ। ਇਹ ਪਾਵਨ ਸ਼ਬਦ 477 ਅੰਕ ਦੇ ਉੱਤੇ ਔਰ ਬੜੇ ਭਾਵਪੂਰਤ ਸ਼ਬਦ ਇਸ ਦੇ ਵਿੱਚ ਵਰਤ ਕੇ ਕਬੀਰ ਸਾਹਿਬ ਨੇ ਇੱਕ ਸੱਚ ਨੂੰ ਉਜਾਗਰ ਕੀਤਾ ਹੈ। ਜਿਹੜੇ ਲੋਕ ਵਿਤਕਰੇ ਵਾਲੀ ਬਿਰਤੀ ਦੇ ਹੁੰਦੇ ਹਨ ਉਹ ਇਸ ਤਰ੍ਹਾਂ ਦੀ ਵਿਚਾਰਧਾਰਾ ਨੂੰ ਪ੍ਰਵਾਨ ਨਹੀਂ ਕਰਦੇ, ਪਰ ਭਗਤ ਕਬੀਰ ਸਾਹਿਬ ਜੀ ਨੇ ਡੰਕੇ ਦੀ ਚੋਟ ਨਾਲ ਜਿਹੜੀ ਵਿਚਾਰਧਾਰਾ ਸਾਡੇ ਸਾਹਮਣੇ ਪੇਸ਼ ਕੀਤੀ ਹੈ ਔਰ ਇਸ ਵਿਚਾਰਧਾਰਾ ਨੂੰ ਮਨੁੱਖਤਾ ਦੇ ਸਾਹਮਣੇ ਰੱਖਣਾ ਕੋਈ ਸੌਖਾ ਕੰਮ ਨਹੀਂ ਹੈ। ਸੋ ਜਿਤਨੀ ਦਾਸ ਨੂੰ ਮਹਾਰਾਜ ਨੇ ਮਤ ਦਿੱਤੀ, ਸੁਮਤ ਦਿੱਤੀ, ਆਓ ਇਸ ਸ਼ਬਦ ਦੀ ਵਿਚਾਰ ਨਾਲ ਜੁੜਾਂਗੇ। ਸਾਰਿਆਂ ਨੇ ਗੁਰੂ ਮਹਾਰਾਜ ਦੇ ਚਰਨਾਂ 'ਚ ਆਪੋ ਆਪਣਾ ਸੀਸ ਨਿਭਾਉਣਾ। ਗੁਰੂ ਮੰਤਰ ਦੀ ਸਾਂਝ ਕਰੋ, ਪਿਆਰ ਬਖਸ਼ੋ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ। ਭਗਤ ਕਬੀਰ ਸਾਹਿਬ ਜੀ ਸ਼ਬਦ ਦੇ ਕੇਂਦਰੀ ਭਾਵ ਦੇ ਵਿੱਚ ਆਖ ਰਹੇ ਹਨ, ਕਾਜੀ ਤੈਂ ਕਵਨ ਕਤੇਬ ਬਖਾਨੀ। ਆਖਣ ਲੱਗੇ ਭਗਤ ਜੀ, ਹੇ ਕਾਜੀ, ਤੈਂ ਦਾ ਅਰਥ ਹੈ ਤੂੰ, ਕਵਨ ਦਾ ਅਰਥ ਹੈ ਕਿਹੜੀਆਂ, ਕਤੇਬ ਦਾ ਅਰਥ ਹੈ ਜੋ ਉਹਨਾਂ ਦੇ ਧਾਰਮਿਕ ਗ੍ਰੰਥ ਨੇ, ਕਿਉਂਕਿ 4 ਵੇਦ ਨੇ ਤੇ 4 ਹੀ ਕਤੇਬ ਨੇ, ਜਿਨ੍ਹਾਂ ਵਿੱਚੋਂ ਕੁਰਾਨ, ਅੰਜੀਲ, ਤੋਇਰੇਤ ਤੇ ਜੰਬੂਰ ਆਉਂਦੇ ਨੇ। ਇਹਨਾਂ ਦੇ 4 ਨਾਂ ਨੇ। ਇੱਕ ਦਾ ਨਾਮ ਕੁਰਾਨ ਹੈ, ਅੰਜੀਲ ਹੈ, ਤੋਇਰੇਤ ਹੈ ਤੇ ਜੰਬੂਰ। ਇਹ 4 ਕਿਤਾਬਾਂ ਦੇ ਨਾਮ ਨੇ। ਉਹਨੂੰ ਇਕੱਠਿਆਂ ਦੇ ਤੌਰ 'ਤੇ ਕਤੇਬ ਕਿਹਾ ਜਾਂਦਾ। ਜਿਵੇਂ 4 ਵੇਦਾਂ ਨੂੰ ਇਕੱਠੇ ਵੇਦ ਕਿਹਾ ਜਾਂਦਾ, ਇਸ ਤਰ੍ਹਾਂ ਇਹਨਾਂ ਨੂੰ ਕਤੇਬ ਕਿਹਾ ਜਾਂਦਾ ਹੈ। ਤੇ ਜਿਹੜੇ ਮੁਸਲਮਾਨ ਵੀਰ ਨੇ
ਉਹ ਇਹਨਾਂ ਕਤੇਬਾਂ ਦੇ ਆਧਾਰ 'ਤੇ ਆਪਣੇ ਧਰਮ ਦੀ ਵਿਆਖਿਆ ਕਰਦੇ ਹਨ। ਭਗਤ ਕਬੀਰ ਸਾਹਿਬ ਜੀ ਨੇ ਇੱਕ ਵਿਚਾਰ ਸਾਡੇ ਸਾਹਮਣੇ ਰੱਖੀ। ਕਾਜੀ, ਹੇ ਕਾਜੀ, ਤੈਂ ਕਵਨ ਕਤੇਬ ਵਖਾਣੀ। ਤੈਂ ਦਾ ਅਰਥ ਤੂੰ ਕਿਹੜੀਆਂ ਕਿਤਾਬਾਂ ਵਿੱਚੋਂ ਦੱਸ ਰਿਹਾ ਹੈ। ਵਖਾਣੀ ਦਾ ਅਰਥ ਵਿਖਿਆਨ ਕਰ ਰਿਹਾ ਹੈ। ਉਹ ਕਿਹੜੀਆਂ ਕਿਤਾਬਾਂ ਨੇ, ਉਹ ਕਿਹੜੇ ਕਤੇਬ ਨੇ, ਉਹ ਕਿਹੜੇ ਕਤੇਬ ਵਿੱਚੋਂ, ਕਿਉਂਕਿ ਚਾਰ ਨੇ ਇਸ ਕਰਕੇ ਉਹਨਾਂ ਨੇ ਪੁੱਛਿਆ ਵੀ ਕਵਨ ਅਰਥ ਕਿਹੜੀਆਂ ਕਿਤਾਬਾਂ 'ਚੋਂ ਦੱਸ ਰਿਹਾ ਹੈ। ਕਿ ਕਹਿੰਦੇ ਪੜਤ ਗੁਣਤ ਐਸੇ ਸਭ ਮਾਰੇ, ਕਿਨਹੂ ਖਬਰ ਨਾ ਜਾਣੀ। ਕਿਉਂਕਿ ਮੁਸਲਮਾਨ ਕਾਜੀ ਕੀ ਦੱਸ ਰਿਹਾ ਸੀ? ਉਹ ਕਹਿੰਦਾ ਸੀ ਕਿ ਜਿਹੜਾ ਮੁਸਲਮਾਨ ਹੈ ਉਸ ਨੂੰ ਪਿਸਤ ਦੀ ਪ੍ਰਾਪਤੀ ਹੋਣੀ ਹੈ, ਸਵਰਗ ਦੀ ਪ੍ਰਾਪਤੀ ਹੋਣੀ ਹੈ। ਜਿਹੜਾ ਹਿੰਦੂ ਹੈ ਉਹਨੂੰ ਦੋਜ਼ਖ ਹੀ ਮਿਲਣਾ ਹੈ। ਵੀ ਇਹ ਗੱਲ ਤੂੰ ਕਿਹੜੀ ਕਿਤਾਬਾਂ 'ਚੋਂ ਪੜ੍ਹੀ ਹੈ? ਗੱਲ ਇਹ ਪੱਖ ਨਹੀਂ ਪੂਰ ਰਿਹਾ ਕਬੀਰ ਸਾਹਿਬ ਮੁਸਲਮਾਨ ਜਾਂ ਹਿੰਦੂ ਦਾ, ਹਿੰਦੂ ਜਾਂ ਮੁਸਲਮਾਨ ਹੋਣ ਦਾ ਦਾਅਵਾ ਨਹੀਂ ਕਰ ਰਹੇ ਥੇ, ਸਗੋਂ ਇੱਕ ਸਵਾਲ ਖੜਾ ਕਰ ਰਹੇ ਹਨ, ਪ੍ਰਸ਼ਨ ਕਰ ਰਹੇ ਹਨ, ਸੰਬੋਧਨ ਕਰਕੇ ਪੁੱਛ ਰਹੇ ਨੇ ਤੂੰ ਕਿਹੜੀਆਂ ਕਿਤਾਬਾਂ 'ਚੋਂ ਪੜ੍ਹਿਆ ਹੈ। ਉਹ ਦੱਸਦਾ ਸਹੀ, ਵਿਖਿਆਨ ਤੇ ਕਰ ਕਿ ਤੂੰ ਕਹਿੰਦਾ ਹੈ ਕਿ ਜਿਹੜਾ ਮੁਸਲਮਾਨ ਬਣੇਗਾ ਉਸ ਨੂੰ ਸਵਰਗ ਪ੍ਰਾਪਤ ਹੋਵੇਗਾ, ਪਿਸਤ ਦੀ ਪ੍ਰਾਪਤੀ ਹੋਵੇਗੀ। ਜਿਹੜਾ ਹਿੰਦੂ ਰਹੇਗਾ ਉਸ ਨੂੰ ਦੋਜ਼ਖ ਮਿਲੇਗਾ। ਤੂੰ ਕਿੱਥੋਂ ਪੜ੍ਹਿਆ ਹੈ? ਕਿਹੜੀ ਕਿਤਾਬਾਂ 'ਚੋਂ ਗੱਲ ਕਰ ਰਹੇ? ਆਖਣ ਲੱਗੇ ਪੜਤ ਗੁਣਤ ਐਸੇ ਸਭ ਮਾਰੇ। ਭਗਤ ਕਬੀਰ ਸਾਹਿਬ ਜੀ ਆਖਣ ਲੱਗੇ, ਹੇ ਕਾਜੀ, ਤੇਰੇ ਵਰਗੇ ਪੜ੍ਹਨ ਵਾਲੇ ਤੇ ਵਿਚਾਰਨ ਵਾਲੇ ਜੋ ਮਨੁੱਖ ਤੇਰੇ ਵਾਂਗ ਵਿਤਕਰੇ ਵਾਲੀ ਪੱਟੀ ਅੱਖਾਂ 'ਤੇ ਬੰਨ੍ਹ ਕੇ ਰੱਖਦੇ ਹਨ। ਕਿਉਂ ਕਈ ਵਾਰੀ ਮਨੁੱਖ ਦੀ ਅੱਖਾਂ 'ਤੇ ਇੱਕ ਵਿਤਕਰੇ ਵਾਲੀ ਪੱਟੀ ਬੰਨੀ ਹੁੰਦੀ ਹੈ। ਉਹ ਉਸ ਪੱਟੀ ਬੰਨ੍ਹ ਕੇ ਹੀ ਮਾਨਵਤਾ ਨੂੰ ਵੇਖਦਾ ਹੈ, ਕਿਉਂਕਿ ਉਹਦੇ ਅੰਦਰ ਵਿਤਕਰੇ ਦੀ ਇੱਕ ਭਾਵਨਾ ਦਾ ਜਨਮ ਹੋ ਜਾਂਦਾ ਹੈ। ਉਹ ਵਿਤਕਰੇ ਦੀ ਪੱਟੀ ਬੰਨ੍ਹ ਲੈਂਦਾ ਆਪਣੀ ਅੱਖਾਂ 'ਤੇ। ਅਤੇ ਕਬੀਰ ਸਾਹਿਬ ਕਹਿੰਦੇ ਤੂੰ ਕਿਹੜੀ ਵਿਤਕਰੇ ਵਾਲੀ ਇਹ ਪੱਟੀ ਬੰਨ੍ਹ ਕੇ ਔਰ ਮਜ਼ਹਬੀ ਕਿਤਾਬਾਂ ਪੜ੍ਹਦੇ ਹੋ ਜਦੋਂ ਵਿਤਕਰੇ ਨਾਲ, ਤਾਂ ਪਤਾ ਕੀ ਹੁੰਦਾ? ਕਹਿੰਦੇ ਪੜਤ ਗੁਣਤ ਸਭ ਐਸੇ ਸਭ ਮਾਰੇ। ਵੀ ਐਸੇ ਜਿਹੜੇ ਮਨੁੱਖ ਨੇ, ਐਸੇ ਤੇਰੇ ਵਰਗੇ ਪੜ੍ਹਨ ਵਾਲੇ ਵਿਚਾਰਨ ਵਾਲੇ, ਕਹਿੰਦੇ ਉਹ ਸਾਰੇ ਹੀ ਖੁਆਰ ਹੁੰਦੇ ਹਨ। ਕਿਉਂਕਿ ਉਹਨਾਂ ਦੇ ਜੀਵਨ ਵਿੱਚੋਂ ਧਾਰਮਿਕ ਗ੍ਰੰਥ ਪੜ੍ਹਨ ਤੋਂ ਬਾਅਦ ਵੀ ਵਿਤਕਰੇ ਵਾਲੀ ਬਿਰਤੀ ਖਤਮ ਨਹੀਂ ਹੋਈ। ਇਸ ਕਰਕੇ ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਦੇ ਹਾਂ ਅਤੇ ਗੁਰਬਾਣੀ ਸਪਸ਼ਟ ਕਹਿੰਦੀ ਹੈ, ਮਹਾਰਾਜ ਕਹਿੰਦੇ ਨੇ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਵੈਰੀ ਨਹੀਂ ਵਿਗਾਨਾ, ਸਗਲ ਸੰਗ ਹਮਕੋ ਬਣਿਆ। ਮਹਾਰਾਜ ਕਹਿੰਦੇ ਇੱਥੇ ਕੋਈ ਵੈਰੀ ਨਹੀਂ ਹੈ, ਇੱਥੇ ਕੋਈ ਵਿਗਾਨਾ ਨਹੀਂ ਹੈ, ਸਾਰਿਆਂ ਦੇ ਨਾਲ ਸਾਡਾ ਪਿਆਰ। ਇਸ ਕਰਕੇ ਅਸੀਂ ਦੇਖਦੇ ਹਾਂ ਇਤਿਹਾਸਿਕ ਪੱਖ ਨੂੰ, ਅਤੇ ਬੇਅੰਤ ਮੁਸਲਮਾਨ ਵੀ ਗੁਰੂ ਮਹਾਰਾਜ ਦੇ ਸੇਵਕ ਅਤੇ ਸਿੱਖ ਹੋਏ। ਕਿਉਂਕਿ ਗੁਰੂ ਮਹਾਰਾਜ ਜੀ ਕਿਸੇ ਨਾਲ ਵਿਤਕਰਾ ਨਹੀਂ ਕਰਦੇ। ਪਰ ਇੱਥੇ ਇੱਕ ਸੰਬੋਧਨ ਕਰਦੇ ਹਾਂ, ਭਗਤ ਕਬੀਰ ਸਾਹਿਬ ਕਹਿ ਰਹੇ ਨੇ ਵੀ ਤੇਰੇ ਵਰਗੇ ਜਿਹੜੇ ਪੜ੍ਹੇ ਲਿਖੇ ਨੇ, ਵਿਚਾਰ ਕਰਨ ਵਾਲੇ ਲੋਕ ਨੇ, ਜਿਨ੍ਹਾਂ ਨੇ ਆਪਣੇ ਅੱਖਾਂ ਦੇ ਉੱਤੇ ਇੱਕ ਵਿਤਕਰੇ ਦੀ ਪੱਟੀ ਬੰਨੀ ਹੋਈ ਹੈ, ਜਿਹੜਾ ਕਿ ਮਨੁੱਖਤਾ ਨੂੰ ਵਿਤਕਰੇ ਦੀ ਨਜ਼ਰ ਨਾਲ ਦੇਖਦਾ ਹੈ। ਕਿਉਂਕਿ ਜਦੋਂ ਸਹੀ ਤਰੀਕੇ ਨਾਲ ਵੇਖਾਂਗੇ ਫਿਰ ਇਹ ਗੱਲ ਕਹਾਂਗੇ ਕਿ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਾ, ਕੌਣ ਭਲੇ ਕੋ ਮੰਦੇ। ਜਦੋਂ ਵਿਤਕਰਾ ਨਹੀਂ ਹੋਏਗਾ, ਅੱਖਾਂ ਦੇ ਉੱਤੇ ਇਹ ਪੱਟੀ ਨਹੀਂ ਬੰਨੀ ਹੋਏਗੀ ਵੀ ਮੇਰਾ ਧਰਮ ਚੰਗਾ ਤੇ ਦੂਜੇ ਦਾ ਮਾੜਾ। ਕਬੀਰ ਸਾਹਿਬ ਕਹਿੰਦੇ ਨੇ ਪਰ ਇੱਕ ਗੱਲ ਯਾਦ ਰੱਖੀ, ਜਿਹੜੇ ਵਿਤਕਰੇ ਦੀ ਪੱਟੀ ਬੰਨ੍ਹ ਕੇ ਤੇਰੇ ਵਰਗੇ ਧਰਮ ਗ੍ਰੰਥ ਪੜ੍ਹਨ ਵਾਲੇ ਵਿਚਰਨ ਵਾਲੇ, ਉਹ ਹਮੇਸ਼ਾ ਹੀ ਖੁਆਰ ਹੁੰਦੇ ਹਨ। ਕਿਉਂਕਿ ਉਹ ਇਨਸਾਨੀਅਤ ਨਾਲੋਂ ਟੁੱਟ ਜਾਂਦੇ ਨੇ, ਉਹ ਰੱਬ ਅੱਲਾਹ ਤਾਲਾ ਨਾਲੋਂ ਟੁੱਟ ਜਾਂਦੇ ਨੇ, ਸੱਚ ਨਾਲੋਂ ਦੂਰ ਹੋ ਜਾਂਦੇ ਹਨ, ਅਤੇ ਕਿਨਹੂ ਖਬਰ ਨਾ ਜਾਣੀ। ਅਤੇ ਤੇਰੇ ਵਰਗੇ ਕਿਸੇ ਨੇ ਵੀ ਅਸਲੀਅਤ ਨੂੰ ਨਹੀਂ ਸਮਝਿਆ। ਆਓ ਕਿ ਤੇਰੇ ਵਰਗਿਆਂ ਨੂੰ, ਪੜ੍ਹਨ ਵਾਲਿਆਂ ਨੂੰ, ਗੁਣਨ ਵਾਲਿਆਂ ਨੂੰ ਅਸਲੀਅਤ ਦੀ ਸਮਝ ਨਹੀਂ ਪਈ। ਇਹਦਾ ਅਰਥ ਹੈ ਕਿ ਅਸਲੀਅਤ ਦੀ ਸਮਝ ਹੋਣੀ, ਸੱਚ ਨੂੰ ਸਮਝਣਾ, ਇਹੀ ਧਰਮ ਹੈ। ਇਸ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਤਾਂ ਕਿਹਾ ਸੀ ਕਿ ਸਰਬ ਧਰਮ ਮਾਨੋ ਤੇ ਕੀਏ, ਜੇ ਕੀਰਤ ਪ੍ਰਭ ਗਾਈ। ਉਸ ਮਨੁੱਖ ਨੇ ਸਾਰੇ ਧਰਮ ਕਰਮ ਕਰ ਲਏ ਨੇ ਜਿਹਨੇ ਵਾਹਿਗੁਰੂ ਦੀ ਕੀਰਤੀ ਕੀਤੀ ਹੈ।
ਉਹ ਅਸਲੀ ਧਰਮੀ ਕੌਣ ਹੈ? ਜਿਹੜਾ ਰੱਬ ਦੀ ਸਿਫਤ ਸਲਾਹ ਕਰਦਾ ਹੈ, ਜਿਹੜਾ ਰੱਬ ਨੂੰ ਇਸ ਮਨੁੱਖਤਾ ਦੇ ਵਿੱਚ, ਮਾਨਵਤਾ ਦੇ ਵਿੱਚ ਦੇਖਦਾ ਹੈ, ਜਿਹਨੂੰ ਸਮਝ ਆ ਜਾਂਦੀ ਹੈ ਕਿ ਇਹ ਹਰ ਇੱਕ ਜੀਵ ਉਸ ਕਾਦਰ ਦਾ ਨਿਵਾਸ ਹੈ ਇਸ ਦੇ ਵਿੱਚ, ਔਰ ਇਸ ਕੁਦਰਤ ਦਾ ਹਿੱਸਾ ਹੋਣ ਕਰਕੇ ਇਹ ਸਾਰੇ ਅਸੀਂ ਭਰਾ ਭਰਾ ਹਨ, ਕੋਈ ਵੱਖਰਾ ਨਹੀਂ ਹੈ। ਹਾਂ, ਧਰਮ ਕਿਸੇ ਦਾ ਵੱਖਰਾ ਹੋ ਸਕਦਾ ਹੈ, ਕਿਸੇ ਦੇ ਜੀਵਨ ਜੀਉਣ ਦੇ ਢੰਗ ਵੱਖਰੇ ਹੋ ਸਕਦੇ ਆ, ਤੌਰ ਤਰੀਕੇ ਵੱਖਰੇ ਹੋ ਸਕਦੇ ਨੇ, ਇਹੀ ਹੈ ਨਾ ਜੀ। ਪਰ ਗੁਰਬਾਣੀ ਕੀ ਕਹਿੰਦੀ ਹੈ? ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ। ਇਸ ਕਰਕੇ ਜਦੋਂ ਆਪਾਂ ਗੁਰਬਾਣੀ ਦੇ ਡੂੰਘਾਈ ਵਿੱਚ ਜਾਵਾਂਗੇ ਨਾ, ਤੇ ਸਾਡੇ ਜੀਵਨ ਵਿੱਚੋਂ ਸਾਰੇ ਭਰਮ ਮਿਟ ਜਾਣਗੇ। ਕਬੀਰ ਸਾਹਿਬ ਨੇ ਇਸ ਕਰਕੇ ਇੱਥੇ ਬਚਨ ਕੀਤੇ ਵੀ ਤੇਰੇ ਵਰਗੇ ਮਨੁੱਖ ਜਿਹੜੇ ਨੇ, ਜਿਹੜੇ ਕਿ ਅਸਲੀਅਤ ਨੂੰ ਨਹੀਂ ਸਮਝਦੇ, ਸੱਚ ਦੀ ਖਬਰ ਨੂੰ ਨਹੀਂ ਜਾਣਦੇ, ਜਿਹੜੇ ਕੇਵਲ ਇਹਨਾਂ ਚੱਕਰਾਂ 'ਚ ਪਏ ਨੇ ਵੀ ਜਿਹੜਾ ਸਾਡੇ ਧਰਮ ਨੂੰ ਮੰਨੇਗਾ ਉਸ ਮਨੁੱਖ ਨੂੰ ਸਵਰਗ ਦੀ ਪ੍ਰਾਪਤੀ ਹੋਏਗੀ। ਇੱਥੇ ਗੱਲ ਮੈਨੂੰ ਇੱਕ ਗੱਲ ਚੇਤੇ ਆ ਗਈ, ਨਾਲ ਕਹਿੰਦਾ ਚਲਾਂ। ਜਦੋਂ ਭਾਈ ਵੀਰ ਸਿੰਘ ਜੀ 9ਵੀਂ ਜਮਾਤ ਦੇ ਵਿਦਿਆਰਥੀ ਸਨ ਅਤੇ ਉਹ ਰਾਮ ਬਾਗ ਦੇ ਵਿੱਚੋਂ ਲੰਘੇ ਜਾ ਰਹੇ ਸਨ। ਇਹ ਗੱਲ ਸ਼ਾਇਦ ਅੱਗੇ ਵੀ ਤੁਹਾਨੂੰ ਸੁਣਾਈ ਹੈ। ਤਾਂ ਭਾਈ ਵੀਰ ਸਿੰਘ ਜਦੋਂ ਰਾਮ ਬਾਗ ਦੇ ਵਿੱਚੋਂ ਲੰਘ ਰਹੇ ਸਨ ਤਾਂ ਉੱਥੇ ਇੱਕ ਪਾਦਰੀ ਨੇ ਲੋਕਾਂ ਨੂੰ ਇਕੱਠੇ ਕੀਤਾ ਹੋਇਆ ਸੀ, ਲੋਕਾਂ ਦੇ ਵਿੱਚ ਪ੍ਰਚਾਰ ਕਰ ਰਿਹਾ ਸੀ। ਇਹ ਕਹਿ ਰਿਹਾ ਸੀ ਵੀ ਜਿਹੜਾ ਹਿੰਦੂ ਦੇਵੀ ਦੇਵਤਿਆਂ ਨੂੰ ਮੰਨਦਾ ਹੈ ਔਰ ਜਿਹੜਾ ਇਸਲਾਮ ਮਤ ਨੂੰ ਮੰਨਦਾ ਹੈ, ਉਸਦੇ 7 ਪਾਪ 7 ਗੁਨਾਹ ਰੱਬ ਦੀ ਦਰਗਾਹ 'ਚ ਮਾਫ ਹੁੰਦੇ। ਇਸ ਤਰ੍ਹਾਂ ਦੇ ਵਿਚਾਰ ਲੋਕਾਂ ਨੂੰ ਕਹਿ ਰਿਹਾ ਸੀ ਅਤੇ ਆਪਣੀ ਵਿਚਾਰ ਕਰਕੇ ਆਪਣੇ ਧਰਮ ਦੀ ਵਕਾਲਤ ਕਰ ਰਿਹਾ ਸੀ ਕਿ ਜਿਹੜਾ ਬੰਦਾ ਈਸਾਈ ਧਰਮ ਨੂੰ ਅਪਣਾਏਗਾ ਉਸ ਅੱਲਾਹ ਤਾਲਾ ਦੀ ਦਰਗਾਹ ਵਿੱਚ, ਗੋਡ ਦੇ ਘਰ ਵਿੱਚ, ਖੁਦਾ ਦੇ ਘਰ ਵਿੱਚ 70 ਪਾਪ 70 ਗਲਤੀਆਂ ਮਾਫ ਹੋਣਗੀਆਂ। ਹੁਣ ਤੁਸੀਂ ਵੇਖੋ ਕਿ ਭਾਈ ਵੀਰ ਸਿੰਘ ਜੀ ਬਾਣੀ ਨਾਲ ਕਿਤਨੇ ਗੁੜੇ ਹੋਏ ਸਨ ਕਿ 9ਵੀਂ ਜਮਾਤ ਦਾ ਵਿਦਿਆਰਥੀ ਹੋਵੇ ਅਤੇ ਉਹਨਾਂ ਦੇ ਕੰਨਾਂ ਵਿੱਚ ਜਦੋਂ ਇਹ ਗੱਲ ਪਈ ਨਾ ਅਤੇ ਉਹ ਉਸ ਪਾਦਰੀ ਕੋਲ ਚਲੇ ਗਏ। ਪਾਦਰੀ ਸਾਹਿਬ, ਮੈਨੂੰ 2 ਮਿੰਟ ਦਾ ਟਾਈਮ ਦਿਓ, ਮੈਂ ਗੱਲ ਕਰਨੀ ਹੈ। ਉਹ ਕਹਿਣ ਲੱਗੇ ਜੀ ਅਸੀਂ ਅਨਮਤੀਆਂ ਨੂੰ ਆਪਣੀ ਸਟੇਜ 'ਤੇ ਬੋਲਣ ਨਹੀਂ ਦਿੰਦੇ। ਮਾਫ਼ ਕਰਨਾ, ਸਾਡੇ ਗੁਰਦੁਆਰੇ 'ਤੇ ਕੋਈ ਵੀ ਆ ਕੇ ਬੋਲ ਕੇ ਚਲਾ ਜਾਂਦਾ, ਬੜਾ ਦੁੱਖ ਹੁੰਦਾ ਕਈ ਵਾਰੀ। ਉਹ ਕਹਿੰਦਾ ਜੀ ਮੈਂ ਆਪਣੀ ਸਟੇਜ 'ਤੇ, ਪਾਦਰੀ ਕਹਿੰਦਾ ਹੈ ਵੀ ਅਨਮਤੀਆਂ ਨੂੰ ਟਾਈਮ ਨਹੀਂ ਦਿੰਦੇ। ਭਾਈ ਵੀਰ ਸਿੰਘ ਨੇ ਤਰਲਾ ਲਿਆ ਵੀ ਮੈਂ 2 ਅੱਖਰ ਹੀ ਬੋਲਨੇ, ਜ਼ਿਆਦਾ ਨਹੀਂ। ਉਹਨੇ ਸੋਚਿਆ ਵੀ ਇਤਨਾ ਮਾਸੂਮ ਬੱਚਾ ਹੈ, ਇਹ ਕੀ ਗੱਲ ਕਰੇਗਾ ਧਰਮ ਦੀ, ਜਦ ਮੇਰੀ ਜਿਹੜੀ ਗੱਲ ਮੈਂ ਕਰ ਰਿਹਾ ਇਹਦੇ ਕੋਲ ਕੀ ਜਵਾਬ ਹੋਏਗਾ। ਦੇਖੋ ਤੁਸੀਂ ਹੁਣ ਪਿਆਰ ਵਾਲੋ, ਸੱਚ ਜਾਣਨਾ, ਭਾਈ ਵੀਰ ਸਿੰਘ ਨੂੰ ਕਹਿਣ ਲੱਗਾ ਵੀ ਵੈਸੇ ਤਾਂ ਮੈਂ ਟਾਈਮ ਨਹੀਂ ਦਿੰਦਾ, ਪਰ ਤੇਰੀ ਮਾਸੂਮੀਅਤ 'ਤੇ ਮੈਨੂੰ ਤਰਸ ਆ ਰਿਹਾ, ਤੇਰੀ ਮਾਸੂਮੀਅਤ 'ਤੇ ਮੈਨੂੰ ਤਰਸ ਆ ਰਿਹਾ। ਕੋਈ ਨਹੀਂ, ਤੂੰ 2 ਮਿੰਟ ਜੋ ਬੋਲਣਾ ਸੰਗਤ ਦੇ ਨਾਲ ਸਾਂਝਾ ਕਰ ਲੈ। ਅਤੇ ਭਾਈ ਵੀਰ ਸਿੰਘ ਸਟੇਜ 'ਤੇ ਚੜ੍ਹਦੇ ਸਾਰ ਸਭ ਤੋਂ ਪਹਿਲਾਂ ਤਾਂ ਫਤਿਹ ਗਜਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਿੰਮਤ ਦੇਖੋ ਤੁਸੀਂ, ਕਿਹਦੀ ਸਟੇਜ 'ਤੇ ਖੜ੍ਹੇ ਨੇ? ਇੱਕ ਪਾਦਰੀ ਦੀ ਸਟੇਜ 'ਤੇ, ਜਿੱਥੇ ਬਹੁਤ ਵੱਡਾ ਇਕੱਠ ਹੋਇਆ ਹੋਇਆ। ਆਪਣੀ ਫਤਿਹ ਦੀ ਸਾਂਝ ਕੀਤੀ। ਕਹਿਣ ਲੱਗੇ ਵੀ ਪਾਦਰੀ ਸਾਹਿਬ ਨੇ ਬੜੀ ਚੰਗੀ ਗੱਲ ਕੀਤੀ ਹੈ। ਪਾਦਰੀ ਸਾਹਿਬ ਕਹਿ ਰਹੇ ਸਨ ਵੀ ਜਿਹੜੇ ਹਿੰਦੂ ਦੇਵੀ ਦੇਵਤਿਆਂ ਨੂੰ ਮੰਨਦਾ ਹੈ ਉਸ ਦੀਆਂ 7 ਗਲਤੀਆਂ 7 ਪਾਪ ਮਾਫ ਹੁੰਦੇ ਨੇ। ਜਿਹੜਾ ਕਹਿੰਦੇ ਇਸਲਾਮ ਧਰਮ ਨੂੰ ਮੰਨਦਾ ਉਹਦੀ 7 ਗਲਤੀਆਂ 7 ਪਾਪ ਮਾਫ ਹੁੰਦੇ ਨੇ। ਅਤੇ ਪਾਦਰੀ ਸਾਹਿਬ ਨੇ ਇਹ ਵੀ ਕਿਹਾ ਵੀ ਜਿਹੜਾ ਈਸਾਈ ਧਰਮ ਨੂੰ ਮੰਨੇਗਾ ਉਹਦੇ 70 ਗਲਤ ਪਾਪ ਅਤੇ 70 ਗਲਤੀਆਂ ਅੱਗੇ ਮਾਫ ਹੋਣਗੀਆਂ। ਕਹਿੰਦਾ ਕਿ ਮੈਂ ਹੁਣ ਗੁਰੂ ਨਾਨਕ ਦੇ ਘਰ ਦੀ 2 ਮਿੰਟ ਗੱਲ ਕਰਨੀ। ਕਹਿਣ ਲੱਗਾ, ਕਹਿੰਦਾ ਧਿਆਨ ਨਾਲ ਸੁਣਿਓ 2 ਮਿੰਟ। ਕਹਿੰਦੇ ਮੈਂ ਗੁਰੂ ਨਾਨਕ ਦੇ ਘਰ ਦੀ ਗੱਲ ਕਰ ਰਿਹਾ। ਇਹ ਗੱਲ ਕਹਿ ਰਹੇ ਨੇ ਵੀ ਜਿਹੜਾ ਕਹਿੰਦੇ ਨੇ ਹਿੰਦੂ ਧਰਮ ਨੂੰ ਮੰਨਦਾ ਹੈ, ਦੇਵੀ ਦੇਵਤਿਆਂ ਨੂੰ ਮੰਨਦਾ ਹੈ, ਉਹਦੇ 7 ਗਲਤੀਆਂ 7 ਪਾਪ ਅੱਗੇ ਮਾਫ ਹੁੰਦੇ ਨੇ। ਜਿਹੜਾ ਇਸਲਾਮ ਧਰਮ ਨੂੰ ਮੰਨਦਾ ਉਹਦੇ 7 ਗਲਤੀਆਂ 7 ਪਾਪ ਮਾਫ ਹੁੰਦੇ ਨੇ। ਪਰ ਜਿਹੜਾ ਈਸਾਈ ਧਰਮ ਨੂੰ ਮੰਨਦਾ ਹੈ ਉਹਦੇ 7 ਗਲਤੀਆਂ 7 ਪਾਪ ਜਿਹੜੇ 70 ਗਲਤੀਆਂ ਅਤੇ 70 ਪਾਪ ਮਾਫ ਹੁੰਦੇ ਨੇ। ਪਰ ਮੈਂ ਹੁਣ ਗੱਲ ਕਰ ਰਿਹਾ ਹਾਂ ਗੁਰੂ ਨਾਨਕ ਦੇ ਘਰ ਦੀ। ਗੁਰੂ ਨਾਨਕ ਕਹਿੰਦੇ ਨੇ ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ
तेते ओगुण हमारे दया करो किस मेर उपावो डुबदे पत्थर तारे। इत्थे सत नहीं 70 नहीं, कहते जितनियां मर्जियां गलतियां होण ਉਹ ਵੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਮਾਫ ਕਰ ਦਿੰਦਾ ਹੈ। ਅਸੀਂ ਖੱਤੇ ਬਹੁਤ ਕਮਾਉਂਦੇ ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ ਹੋਂ ਪਾਪੀ ਵੱਡ ਗੁਣਗਾਰ। ਉਹਨਾਂ ਨੇ ਵਿਆਖਿਆ ਬੜੀ ਪਿਆਰੀ ਕੀਤੀ, ਕਹਿੰਦੇ ਪਾਦਰੀ ਵੀ ਇੱਕ ਵਾਰੀ ਹਿਲ ਗਿਆ ਸੀ ਜੀ ਵਿਆਖਿਆ ਸੁਣ ਕੇ, ਵੀ ਕਮਾਲ ਕਰਤਾ ਬੱਚੇ ਨੇ। ਮੈਂ ਸੋਚਿਆ ਇਹ ਕੀ ਬੋਲੇਗਾ। ਕਹਿੰਦੇ ਹੁਣ ਲੋਕੋ ਤੁਸੀਂ ਆਪ ਸੋਚੋ ਕਿਹੜਾ ਧਰਮ ਚੰਗਾ ਹੈ। ਇੱਕ ਉਹ ਹੈ ਜਿਹਦੀ 7 ਗਲਤੀਆਂ, ਦੂਜਾ ਵੀ ਉਹ ਜਿਹੜੀ 7 ਗਲਤੀਆਂ 7 ਪਾਪ, ਇੱਕ ਉਹ ਜਿਹਦੀ 70 ਗਲਤੀਆਂ 7 ਪਾਪ, ਪਰ ਇੱਕ ਉਹ ਧਰਮ ਹੈ ਜਿਹਦੇ 7 ਨਹੀਂ 70 ਨਹੀਂ 7 ਕਰੋੜ ਗਲਤੀਆਂ ਕੀਤੀਆਂ ਹੋਣ, ਜਿਤਨਾ ਸਮੁੰਦਰ 'ਚ ਪਾਣੀ ਉਤਨੀਆਂ ਗਲਤੀਆਂ ਕੀਤੀਆਂ ਹੋਣ, ਪਰ ਕਹਿੰਦੇ ਜੋ ਇੱਕ ਵਾਰੀ ਉਹ ਸੱਚ ਨੂੰ ਪ੍ਰਵਾਨ ਕਰ ਲਵੇ ਨਾ, ਸੱਚਾ ਧਰਮੀ ਬਣ ਜਾਏ, ਤੇ ਉਹ ਸਾਰੇ ਗੁਣਾਂ ਉਸਦੇ ਅਕਾਲ ਪੁਰਖ ਦੀ ਦਰਗਾਹ 'ਚ ਮਾਫ ਹੋ ਜਾਂਦੇ ਨੇ। ਉੱਥੇ ਤਾਂ ਪਿਛਲੇ ਔਗੁਣ ਬਖਸ਼ ਲਏ ਪ੍ਰਭ ਅੱਗੇ ਮਾਰਗ ਪਾਵੇ। ਪਿਛਲੇ ਜਿਤਨੇ ਮਰਜ਼ੀਆਂ ਗਲਤੀਆਂ ਕੀਤੀਆਂ ਹੁਣ ਗੁਰੂ ਅੱਗੇ ਮਾਰਗ 'ਤੇ ਪਾ ਦਿੰਦਾ ਹੈ। ਸੋ ਗੱਲ ਤਾਂ ਇਹ ਹੈ ਕਿ ਰੱਬ ਦੀ ਦਰਗਾਹ ਦੇ ਵਿੱਚ, ਪਰਮੇਸ਼ਰ ਦੇ ਘਰ ਦੇ ਵਿੱਚ ਬਿਨਾਂ ਸਮਝ ਤੋਂ, ਅਸਲੀਅਤ ਜਾਣੇ ਤੋਂ ਬਿਨਾਂ ਸੱਜਣ ਅਸੀਂ ਪ੍ਰਵਾਨ ਨਹੀਂ ਹੋ ਸਕਦੇ। ਜਦ ਤੱਕ ਅਸੀਂ ਅਸਲੀਅਤ ਨੂੰ ਨਹੀਂ ਸਮਝਾਂਗੇ, ਧਰਮ ਦੀ ਜਾਣਕਾਰੀ ਹਾਸਲ ਨਹੀਂ ਕਰਾਂਗੇ, ਕੇਵਲ ਵਾਦ ਵਿਵਾਦ ਝਗੜੇ ਕਰਨ ਦੇ ਨਾਲ ਧਰਮ ਦੀ ਪ੍ਰਾਪਤੀ ਨਹੀਂ ਹੈ। ਕਿਉਂ ਗੁਰਬਾਣੀ ਦਾ ਬੜਾ ਪਿਆਰਾ ਵਚਨ ਹੈ, ਵਾਦ ਵਿਵਾਦ ਕਾਹੂ ਸਿਉ ਨਾ ਕੀਜੈ, ਰਸਨਾ ਰਾਮ ਰਸਾਇਣ ਪੀਜੈ। ਸਿੱਖ ਨੂੰ ਕਹਿੰਦੇ ਨੇ ਸੱਚੇ ਪਾਤਸ਼ਾਹ ਵੀ ਤੂੰ ਵਾਦ ਵਿਵਾਦ ਨਾ ਕਰ, ਰਸਨਾ ਦੇ ਨਾਲ ਪਰਮਾਤਮਾ ਦੇ ਨਾਮ ਦਾ ਰਸ ਪੀ। ਨਾ ਤਾਂ ਸਿੱਖ ਧਰਮ, ਸਿੱਖ ਫਿਲੋਸਫੀ, ਸਿੱਖ ਵਿਚਾਰਧਾਰਾ ਝਗੜੇ ਕਰਨਾ ਸਿਖਾਉਂਦੀ ਹੈ, ਨਾ ਹੀ ਇਹ ਬਾਣੀ ਸਾਨੂੰ ਝਗੜਿਆਂ 'ਚ ਪਾਉਂਦੀ ਹੈ, ਸਗੋਂ ਮਨੁੱਖਤਾ ਨੂੰ ਝਗੜਿਆਂ 'ਚੋਂ ਕੱਢ ਕੇ ਇੱਕ ਅਸਲੀਅਤ ਦਾ ਗਿਆਨ ਕਰਾਉਂਦੀ ਹੈ ਕਿ ਅਸਲੀਅਤ ਹੈ ਕੀ ਹੈ, ਸੱਚ ਕੀ ਹੈ। ਔਰ ਅੱਜ ਇਸ ਸ਼ਬਦ ਦੇ ਰਾਹੀਂ ਉਸ ਅਸਲੀਅਤ ਨੂੰ ਭਗਤ ਕਬੀਰ ਸਾਹਿਬ ਜੀ ਆਪਣੀ ਬਾਣੀ ਦੇ ਰਾਹੀਂ, ਆਪਣੀ ਵਿਚਾਰਧਾਰਾ ਦੇ ਰਾਹੀਂ ਸਾਡੇ ਸਾਹਮਣੇ ਰੱਖ ਰਹੇ ਨੇ। ਆਖਣ ਲੱਗੇ ਹਿੰਦੂ ਤੁਰਕ ਕਹਾਂ ਤੇ ਆਏ, ਕਿਨ ਇਹ ਰਾਹ ਚਲਾਈ। ਹਿੰਦੂ, ਤੁਰਕ ਦਾ ਅਰਥ ਹੈ ਮੁਸਲਮਾਨ, ਕਹਾਂ ਦਾ ਅਰਥ ਹੈ ਕਿੱਥੋਂ, ਆਏ ਦਾ ਅਰਥ ਹੈ ਕਿੱਥੋਂ ਆਏ ਹਨ। ਉਹ ਕਿ ਹਿੰਦੂ ਕਿੱਥੋਂ ਆਏ ਨੇ, ਕਬੀਰ ਸਾਹਿਬ ਕਹਿੰਦੇ ਨੇ ਤੁਰਕ ਕਿੱਥੋਂ ਆਏ ਨੇ। ਕਹਿੰਦੇ ਕਿਨ ਇਹ ਰਾਹ ਚਲਾਈ। ਉਹ ਕਹਿਣ ਦਾ ਮਕਸਦ ਹੈ ਕਿ ਹਿੰਦੂ ਅਤੇ ਮੁਸਲਮਾਨ ਉਸ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਥਾਂ ਤੋਂ ਪੈਦਾ ਥੋੜ੍ਹੀ ਹੋਏ ਨੇ, ਉਸ ਤੋਂ ਬਿਨਾਂ ਕਿਸੇ ਹੋਰ ਥਾਂ ਤੋਂ ਨਹੀਂ ਆਏ, ਸਗੋਂ ਉਸ ਰੱਬ ਤੋਂ ਹੀ ਪੈਦਾ ਹੋਏ ਨੇ। ਉਹ ਕਿਸੇ ਹੋਰ ਥਾਂ ਤੋਂ ਨਹੀਂ ਆ ਗਏ, ਸਾਰੇ ਰੱਬ ਦੇ ਬਣਾਏ ਜੀਵ ਨੇ, ਸਾਰੇ ਰੱਬ ਤੋਂ ਪੈਦਾ ਹੋਏ ਨੇ। ਕਿਨ ਇਹ ਰਾਹ ਚਲਾਈ, ਅਤੇ ਪ੍ਰਭੂ ਤੋਂ ਬਿਨਾਂ ਹੋਰ ਕਿਸੇ ਨੇ ਇਹ ਰਸਤਾ ਚਲਾਇਆ ਸੰਸਾਰ ਦੇ ਵਿੱਚ ਆਉਣ ਦਾ, ਜੀਵ ਪੈਦਾ ਕਰਨ ਦਾ, ਸੰਸਾਰ ਦੇ ਵਿੱਚ ਭੇਜਣ ਦਾ, ਇਹ ਰਾਹ ਕਿਹਨੇ ਚਲਾਇਆ? ਇਹ ਤਾਂ ਸਭ ਅੱਲਾ ਦੇ ਪੈਦਾ ਕੀਤੇ ਹੋਏ ਨਾ। ਅਕਾਲ ਪੁਰਖ ਵਾਹਿਗੁਰੂ ਨੇ ਸਾਰਿਆਂ ਨੂੰ ਪੈਦਾ ਕੀਤਾ ਹੈ, ਉਸ ਤੋਂ ਬਿਨਾਂ ਤੇ ਹੋਰ ਕੋਈ ਇਹ ਰਸਤਾ ਚਲਾਉਣ ਵਾਲਾ ਨਹੀਂ, ਸੰਸਾਰ ਵਿੱਚ ਭੇਜਣ ਵਾਲਾ ਨਹੀਂ। ਇਹ ਸਾਰੇ ਜੀਵ ਹੀ ਅਕਾਲ ਪੁਰਖ ਵਾਹਿਗੁਰੂ ਨੇ ਭੇਜੇ ਨੇ। ਆਓ ਕਿ ਜਦੋਂ ਦੋਹਾਂ ਮਤਾਂ ਦੇ ਬੰਦੇ, ਕਬੀਰ ਸਾਹਿਬ ਕਹਿੰਦੇ ਰੱਬ ਨੇ ਪੈਦਾ ਕੀਤੇ ਨੇ। ਇਸ ਤੁਕ ਵਿੱਚ ਇਹ ਕਹਿਣਾ ਚਾਹ ਰਹੇ ਨੇ ਵੀ ਜਦੋਂ ਦੋਵਾਂ ਮਤਾਂ ਦੇ ਬੰਦੇ, ਤੁਸੀਂ ਇਹ ਗੱਲ ਤਾਂ ਮੰਨਦੇ ਹੋ ਵੀ ਸਭ ਅੱਲਾ ਦੇ ਪੈਦਾ ਕੀਤੇ ਹੋਏ ਨੇ। ਕਾਜੀ ਸਾਹਿਬ ਇਹ ਸੰਬੋਧਨ ਕਾਜੀ ਨੂੰ ਕਰ ਰਹੇ ਨੇ, ਸਮਝਾਏ ਸਾਨੂੰ ਸਭ ਨੂੰ ਰਹੇ, ਹਰ ਇੱਕ ਮਨੁੱਖ ਨੂੰ ਸਮਝਾ ਰਹੇ ਨੇ। ਕਾਜੀ ਸਾਹਿਬ ਤੁਸੀਂ ਆਪ ਕਹਿੰਦੇ ਹੋ ਵੀ ਸਭ ਰੱਬ ਦੇ ਜੀਵ ਨੇ, ਅੱਲਾਹ ਤਾਲਾ ਦੇ ਪੈਦਾ ਕੀਤੇ ਹੋਏ ਨੇ। ਇੱਕ ਪਾਸੇ ਤੁਸੀਂ ਵਿਤਕਰਾ ਕਰਦੇ ਹੋ, ਦੂਜੇ ਪਾਸੇ ਕਹਿੰਦੇ ਵੀ ਸਾਰੇ ਅੱਲਾਹ ਤਾਲਾ ਦੇ ਪੈਦਾ ਕੀਤੇ ਹੋਏ ਜੀਵ ਨੇ। ਇਹ ਗੱਲ ਦੱਸੋ ਵੀ ਜੇ ਦੋਹੇ ਹੀ ਰੱਬ ਨੇ ਪੈਦਾ ਕੀਤੇ ਨੇ, ਪਰਮੇਸ਼ਰ ਨੇ ਬਣਾਏ ਨੇ, ਤੇ ਫਿਰ ਸੱਚ ਇਹ ਹੈ, ਕਹਿੰਦੇ ਨੇ ਫਿਰ ਕਿਸ ਨਾਲ ਵਿਤਕਰਾ ਕਿਉਂ ਕਰਦੇ ਹੋ? ਆਓ ਕਿ ਤੁਸੀਂ ਹਿੰਦੂ ਨਾਲ ਵਿਤਕਰਾ ਕਰਦੇ ਹੋ, ਮੁਸਲਮਾਨ ਨੂੰ ਸਰਵਸ਼੍ਰੇਸ਼ਟ ਦੱਸਦੇ ਹੋ, ਫਿਰ ਵਿਤਕਰਾ ਕਿਉਂ ਤੁਹਾਡੇ ਅੰਦਰ? ਜੇ ਭਾਈ ਦੋਨੇ ਰੱਬ ਨੇ ਪੈਦਾ ਕੀਤੇ ਨੇ, ਫਿਰ ਵਿਤਕਰੇ ਵੱਲ ਤੇ ਕੋਈ ਗੱਲ ਨਹੀਂ। ਫਿਰ ਮੈਂ ਬੇਨਤੀ ਕਰਾਂ, ਸਾਡਾ ਕਿਸੇ ਧਰਮ ਦੇ ਨਾਲ ਵੀ ਜਾਤੀ ਝਗੜਾ ਨਹੀਂ ਹੈ, ਜਾਂ ਕਬੀਰ ਸਾਹਿਬ ਜੀ ਦਾ ਕਿਸੇ ਧਰਮ ਵਾਲੇ ਨਾਲ ਕੋਈ ਜਾਤੀ ਝਗੜਾ ਨਹੀਂ ਹੈ। ਗੱਲ ਵਿਚਾਰਧਾਰਾ ਦੀ ਹੈ, ਗੱਲ ਸਿਧਾਂਤ ਦੀ ਹੈ ਕਿ ਸੱਚਾਈ ਕੀ ਹੈ ਸੰਸਾਰ ਦੇ ਵਿੱਚ।
ਵੀ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਇਹ ਸਭ ਰੱਬ ਦੇ ਪੈਦਾ ਕੀਤੇ ਹੋਏ ਨੇ, ਦੂਜੇ ਪਾਸੇ ਤੁਸੀਂ ਉਸ ਦੇ ਨਾਲ ਵਿਤਕਰਾ ਰੱਖਦੇ ਹੋ। वैसे भी एक दास बेनती करे, सच्चाई ये है मजहब नहीं सिखाता आपस में वैर करना। कोई धर्म नहीं है जिहड़ा कि असल विच वैर करना सिखावे। धर्म का अर्थ ही यह है कि रूहानी जीवन का रस्ता, रस्ते कई हो सकते हैं ना, पर वो रस्ते का अर्थ ही है रूहानी जीवन का रस्ता, जिथे कि रूहानियत के मार्ग ते चलते हैं असी रब दे विच मिलना। तो रूहानी रस्ता कदी भी एक दूजे दे रस्ते नाल वैर करना नहीं सिखाता। तुसी गुरुद्वारे आए हो, कोई इस पासों आ गया, कोई इस पासों आ गया, आए एक थां ते इस रस्ते वालियां नाल इस रस्ते वाले वैर करन, ये तो गुरु ग्रंथ साहब नहीं सिखाते, ये तो मजहब नहीं सिखाता। कोई उधरों आया है, कोई इधरों आया, कोई इधरों आया, कोई इधरों आया, रस्ते अलग अलग ने। कबीर साहब देखो तरक इतनी प्यारी खड़ी कर रहे हैं, फिर कहते काजी साहब गल दसो, फिर तुसी उस नाल वितकरा क्यों करते हो? क्योंकि तुसी कह रहे हो भी जिहड़ा मुसलमान बनेगा वो वहसत दे विच जाएगा, स्वर्ग की प्राप्ति होएगी, जिहड़ा हिंदू रह जाएगा उन्होंने नरक ही मिलेगा। एक होर इत्थे बेनती कर देवां, कबीर साहब इस नरक स्वर्ग तो भी उपर ने, इत्थे मैं क्लीयर करता चला। ये कबीर साहब जी की विचारधारा नहीं है। कबीर साहब उस गल नूं दोहरा रहे हैं जिहड़ी गल काजी साहब के मन विच है, जिहड़ी गल दा वो प्रचार कर रहे सन। कबीर साहब जी का विचारधारा, कवन नरक क्या दो विचारे, संतन दो कवन नरक क्या स्वर्ग विचारे, संतन दो राधे, हम काहू की कान न करते, अपने गुर प्रसादे, अब तो जाए चढ़े सिंहासन, मिले हैं सारंग पानी, राम कबीरा एक पहे हैं, को न सके पछाने। उन्होंने विचारधारा ये है, ना वो स्वर्ग नूं मनदे ने, ना वो नरक नूं मनदे ने। ये मैं क्लीयर तां कीता ताकि एक विचारधारा है उन्होंने। वो पर वितकरे दे उत्ते इत्थे कटाक्ष कर रहे भी वितकरा काजी साहब फिर क्यों, बंदियां नाल वितकरा क्यों? फिर कहन लगे दिल में सोच विचार कवादे, पिस्त दोजक किन पाई। कवादे का अर्थ होंदा कोझे झगड़ालू बंदे। आखन लगे हे कोझे ते झगड़ालू, काजी साहब नूं कह रहे हैं आओ कि जिहदे चज ना होना ते जिहदे अंदर झगड़े की वृत्ति होनी। क्योंकि असल दे विच गुरबाणी जिहड़ी है ना वो सानू झगड़ियां तो बचाती है। मंदा किसै ना आख झगड़ा पावना, ये गुरबाणी नूं पढ़ांगे ना तो सिद्धांत बड़ा प्यारा जी। महाराज सानू सारिया चीज़ों तो एन उच्चे लैके जाती है। ये तो गल वखरी भी असीं बाणी पढ़ते नहीं, उस तरह विचारते नहीं, पर बाबे की बाणी तो सानू एक एक पक्ष तो जाणू कराउंदी, एक एक पक्ष तो। कबीर साहब कहने लगे दिल में सोच विचार कवादे, कक्का वावा अगे कन्ना ते ददा, इनू पाठ कमांदे नहीं पढ़ांगे, कवादे, क्योंकि वावे नाल है, मम्मे नाल नहीं है। बहुते जो पाठ करते हैं इनू कमांदे पाठ करते। मैं इस करके थोड़े नाल साझा कर रहा भी जो सहज पाठ करते हैं, जोड़े अखंड पाठ करते हैं, उन्होंने ध्यान रखना चाहिए भी इत्थे लिखिया की है। जो कई बार लिखिया कुछ होर हुंदा सी, जो चढ़िया जमान तो भी पढ़ी जाते। कबीर साहब कहते हैं कि कोझे झगड़ालू जोड़े लोग ने वो अपने मत नूं सच्चा साबित करने लई वो की करते हैं, बहसां करन दी थां और कि चाहिए तो यह सी कि अपने मत नूं सच्चा साबित करने लई बहसा करन दी थां असलीयत लभण लई दिल विच सोच ते विचार करदे भी असलीयत की है धर्म की, पर वो ये करते नहीं हैं भी अपने मत नूं सच्चा साबित करना है तो उस वास्ते बहस करन दी लोड़ नहीं है, इहदे नाल वाद विवाद करन दी लोड़ नहीं है। अपने धर्म नूं चंगा दर्शान वास्ते अपने आप नूं चंगा बन के दिखाना ही धर्म की सही मायने विच परिभाषा है या सही व्याख्या है। अपना जीवन हुंदा नहीं, एवें असीं धर्म के नाम ते झगड़े करी जाते हैं।
अपना किरदार कोई है नहीं, लोगों को कही जाना भी धर्म ये कह रहा, धर्म ये कह रहा, धर्म साडा इदां दा जी बड़ा महान है। गुरसिखो जे अपने कोल वो धर्म नहीं, वो विचारधारा नहीं, तो लोगों ने कहना भी धर्म भावें जो मर्जी कहना, पर मैं जो तेरे विचों देख रहा मैनू यही समझ आती भी ये धर्म इदां दा। मैं एक गल थोड़ी घटना सुनावां। फरीदाबाद दास किसी नाल जा रहा सी और साझा वाहन सी। असी दो गुरसिख प्रचारक बैठे सन ते गलबात चलन लगी उस दे अंदर। तो एक बंदा कहंदा सरदार जी, कहंदे आप सरदार लोग बड़े अच्छे होते हो। मैं कि क्या होया? मैं कि हो सकता इन्हें कोई साड़ी अच्छाई वेखी होवे। कहंदे साडे जिहड़े गुआंढी सरदार जी ने ना, वो कहंदे पीण लगे देखते नहीं, कहंदे सानू रज के पिलांदे। मैं कि ये अच्छाई है सरदारां दी। देखो असी किस पासे तुरे हुए हैं। सरदार जी बड़े दिलैर ने, बड़े दिल वाले ने। वो बोतल खोल के हमारे आगे रख देते हैं, कहने पियो, साथ में बैठा के पिलाते हैं। कितने अच्छे सरदार जी हैं। साडा दृश्य की गया उत्थे? शराब पीण वाला। साडा दृश्य की गया? उन्होंने मन च की है भी ये शराब पींदे ने, ये नशे करते हैं, ये माड़े काम करते हैं। और वो माड़े काम की व्याख्या बड़ी तरीके नाल कर रहा, बहुत अच्छे होते हैं लोग, तुम बड़े दिलेर लोग होते, तुम पैसों की कोई परवाह नहीं करते। हद हो गई कि यही साडी दिलेरी है, कि यही साडा धर्म है। असी लोगों के सामने अपने आप को पेश की कर रहे हैं और अपने धर्म की व्याख्या करांगे कि भी गुरु नानक पातशाह ने यह कहा, गुरु नानक पातशाह ने यह कहा, गुरु गोबिंद सिंह महाराज ने यह किया, अपने साहिबजादे वार दिते। माफ करना, साढ़े घर में शराब दी बोतलां नहीं निकलियां, साढ़े कोलों साढ़े घर में नशे नहीं निकले। और व्याख्या बाबे नानक के घर की करके सुनाने सी। जदों उन्होंने कहा तो मेरे नाल जिहड़े साथी सन, उन्होंने कहा, कहने गल इदां मित्रो भी साडा धर्म ये चीज़ों तो रोकता है। साडा धर्म दा इंसान नहीं, वो सरदार नहीं हो सकता, वो कोई पागल झल्ला इंसान हो सकता है, पर वो सिख नहीं हो सकता। हाँ सरदार हो सकता, सिख नहीं हो सकता। क्योंकि सिख वास्ते तो जित पीता मत दूर होए, वरल पवे विच आए, अपना पराया ना पछाणे, खसमों धखे कहे। गुरु ने तो बड़ा स्पष्ट कहा बाणी दे अंदर। वो कहते वो सिख नहीं हो सकता। हाँ साढ़े वर्गी दिख तो हो सकता है, पग बन्नी होएगी, दाड़ी रखी होएगी, दिख साढ़े वर्गी हो सकती है, पर सिख वो हुंदा है जिहड़ा कि नशियां नूं हथ नहीं लांदा। सिख वो हुंदा है जिहड़ा कि सच दा धारनी हुंदा। सिख वो हुंदा, उहदी दिलैरी यह है कि वह मनुखता की सेवा करदा है, शराब पिलाण दी नहीं। किसी घर च लंगर नहीं पकड़िया, लंगर का प्रबंध कर दिंदा है। किसी के बच्चे विद्या प्राप्त नहीं कर सकते, उन्होंने घर विच किताबां पहुँचा दिंदा है। ये सिख का काम हुंदा है। जिहड़ा तुसीं दस रहे हो ये सिख का काम नहीं। सिख वो है जिहड़ा किसी गरीब के परदे कज लवे, किते तन ते कपड़ा ना होए, कहंदे वो तन ते कपड़ा पांदा है। आप मदहोश होके दूजे नूं मदहोश करना ये सिख धर्म नहीं। आप नशे विच गलतान होना, दूजे नूं नशेड़ी बना देना, ये सिख धर्म नहीं कहंदा। मेरे नाल दे प्रचारक यानी बेअंत सिंह सन, उन्होंने बड़ी स्पष्ट गल की, कहते सिख वो है जिहड़ा आप भी नशे छड्डदा, दूजे नूं नशे छड्डण दी प्रेरणा करता है। जिहड़ा आप भी निमरता भाव च रहिंदा ते दूजे दे परदे गजदा है। किसी नूं वस्त्र दे के जिहदे तन ते वस्त्र नहीं, किसी दी विद्या दी बच्चों दी किताबां दे के एजुकेशन वास्ते फीसां जमा करा के उन्होंने घर दे विच बुझे हुए दीवा नूं जगाउंदा, ये सिख का काम है। सिख का काम जिहड़ा तू कह रहे वो नहीं है। इस करके कबीर साहब ने एक बड़ा प्यारा तर्क रखा, कहन लगे, कहंदे अपने मत नूं सच्चा साबित करन लई बहस करन दी थां ते असलीयत नूं लभना सी कि असलीयत की है। और कि असलीयत लभण नहीं, अपने दिल विच सोच ते विचार करके किसी ने बहसत लभा या किसी ने नरक लभा, इस गल की लोड़ नहीं सी भी नरक किनू लभदा, स्वर्ग किनू लभदा। असलियत नूं लभना भी स्वर्ग ते नरक की ने। एक मैं बेनती करां, अगले स्वर्ग ते नरकां दे चक्कर च ना पिया करो। मैं इत्थे तुहानूं बेनती करदा वां, स्वर्ग का अर्थ है स्वयं वर्गा वर्ग। जिमें मैं चाहुंदा सब कुछ उदां हो रहा स्वर्ग है, जिमें मैं चाहुंदा नहीं हो रहा नरक है। इत्थे ही है स्वयं वर्गा वर्ग।
ਤੇ ਮੈਂ ਸਾਰੇ ਘਰ ਦੇ ਟੱਬਰ ਨੂੰ, ਆਂਢੀ ਗੁਆਂਢੀ ਨੂੰ ਆਪਣੇ ਵਰਗਾ ਚਾਹੁੰਦਾ, ਤੇ ਮੈਂ ਇੱਕ ਬੇਨਤੀ ਕਰਾਂ, ਉਹ ਸਾਡੇ ਵਰਗੇ ਨਹੀਂ ਬਣਨਗੇ। ਔਰ ਤੁਸੀਂ ਚਾਹੁੰਦੇ ਵੀ ਸਵਰਗ ਦੀ ਪ੍ਰਾਪਤੀ ਹੋ ਜਾਏ, ਫਿਰ ਤੁਹਾਨੂੰ ਸਵਰਗ ਦੀ ਪ੍ਰਾਪਤੀ ਇੱਕੋ ਹੀ ਤਰੀਕਾ, ਉਹ ਤੁਹਾਡੇ ਵਰਗੇ ਸਵੈਮ ਵਰਗੇ ਨਹੀਂ ਬਣਨਗੇ। ਤੁਸੀਂ ਸਵੈਮ ਨੂੰ ਗੁਰੂ ਵਰਗਾ ਬਣਾ ਲਓ। ਇੱਕ ਵਾਰੀ ਉਚਾਰਨ ਕਰੋ, ਸਤਨਾਮ। ਤੁਸੀਂ ਆਪਣੇ ਆਪ ਨੂੰ ਗੁਰੂ ਨਾਲ ਜੋੜ ਲਓ ਤੇ ਤੁਸੀਂ ਸਵਰਗ ਦੇ ਵਿੱਚੋਂ ਗੁਰੂ ਨਾਲ ਜੋੜ ਕੇ ਸਮਝ ਲਓ ਸੱਚਾ ਸਵਰਗ ਹੈ। ਨਰਕ ਕੀ ਹੈ? ਕਿਉਂਕਿ ਜੋ ਅਸੀਂ ਚਾਹੁੰਦੇ ਹਾਂ ਉਹ ਨਹੀਂ ਹੋ ਰਿਹਾ ਤੇ ਨਰਕ ਹੈ, ਤੇ ਜੋ ਅਸੀਂ ਚਾਹ ਰਹੇ ਉਹ ਨਹੀਂ ਹੋਏਗਾ। ਸਾਡੀ ਸਾਰੀ ਚਾਹਤਾਂ, ਸਾਡੀਆਂ ਸਾਰੀਆਂ ਇੱਛਾਵਾਂ ਕਦੀ ਪੂਰੀਆਂ ਨਹੀਂ ਹੋਣਗੀਆਂ। ਸਾਰਾ ਕੁਝ ਸਾਡੇ ਮਨ ਦੇ ਮੁਤਾਬਕ ਨਹੀਂ ਹੋਣਾ। ਨਾ ਘਰਵਾਲੀ, ਨਾ ਘਰਵਾਲਾ, ਨਾ ਬੱਚੇ, ਨਾ ਪਰਿਵਾਰ, ਨਾ ਆਂਢੀ ਗੁਆਂਢੀ, ਨਾ ਦੂਜੇ ਧਰਮ, ਨਾ ਆਪਣਾ ਧਰਮ। ਇਹ ਬੜੀ ਵਿਚਾਰਨ ਵਾਲੀ ਗੱਲ ਹੈ। ਇਸ ਕਰਕੇ ਆਪਣੇ ਮਨ ਵਿੱਚ, ਆਪਣੇ ਦਿਲ ਵਿੱਚ ਸੋਚ ਤੇ ਵਿਚਾਰ ਕਰ। ਵੈਸੇ ਤਾਂ ਕਬੀਰ ਸਾਹਿਬ ਸਪਸ਼ਟ ਕਹਿੰਦੇ ਨੇ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਏ। ਹਰ ਰੋਜ਼ ਖੋਜ ਕਰ ਦਿਲ ਦੇ ਅੰਦਰ, ਕੁਝ ਸਮਾਂ ਬੈਠਿਆ ਕਰ, ਆਪਣੇ ਅੰਦਰ ਵਿਚਾਰ ਕਰਿਆ ਕਰ ਵੀ ਸੱਚੀ ਮੁੱਚੀ ਪਿਸਤ ਕਿਹਨੂੰ ਤੇ ਨਰਕ ਕਿਹਨੂੰ। ਤੇ ਪਿਸਤ ਨਰਕ ਕਿਤੇ ਅੱਗੇ ਨਹੀਂ। ਮੇਰੇ ਕੋੜੇ ਬੋਲ ਘਰ 'ਚ ਨਰਕ ਬਣਾ ਦਿੰਦੇ ਨੇ, ਮੇਰੇ ਮਿੱਠੇ ਬੋਲ ਘਰ 'ਚ ਸਵਰਗ ਬਣਾ ਦਿੰਦੇ ਨੇ। ਇਸ ਵਿਚਾਰ ਕਰਨੀ ਚਾਹੀਦੀ ਵੀ ਕਿਹੜਾ ਬੋਲ ਬੋਲ ਕੇ ਮੇਰੇ ਘਰ 'ਚ ਝਗੜਾ ਹੋ ਰਿਹਾ, ਉਸ ਬੋਲ ਨੂੰ ਮੈਨੂੰ ਸੁਧਾਰਨਾ ਚਾਹੀਦਾ ਹੈ। ਪਰ ਅਸੀਂ ਉਸ ਪਾਸੇ ਤਾਂ ਧਿਆਨ ਨਹੀਂ ਦਿੰਦੇ। ਅੱਗੇ ਦੇ ਸਵਰਗ ਮਿਲ ਜਾਣ, ਅੱਗੇ ਬਹਿਸਤ ਵਿੱਚ ਵਾਸਾ ਹੋ ਜਾਏ। ਕਬੀਰ ਸਾਹਿਬ ਕਹਿੰਦੇ ਨੇ, ਗੱਲ ਇਹ ਹੈ ਮਿੱਤਰਾ ਵੀ ਦਿਲ ਵਿੱਚ ਸੋਚ ਤੇ ਵਿਚਾਰ ਕਰਕੇ ਕਿਸ ਨੂੰ ਬਹਿਸਤ ਲੱਭਾ ਤੇ ਕਿਸ ਨੂੰ ਦੋਜਕ। ਕਹਿਣ ਦਾ ਮਕਸਦ ਹੈ ਕਿ ਸਿਰਫ ਮੁਸਲਮਾਨ ਅਖਵਾਉਣ ਨਾਲ ਬਹਿਸਤ ਨਹੀਂ ਮਿਲ ਜਾਂਦਾ, ਤੇ ਹਿੰਦੂ ਰਿਹਾ ਦੋਜਕ ਵੀ ਨਹੀਂ ਪਈਦਾ। ਕਹਿੰਦੇ ਇਹ ਨਹੀਂ ਵੀ ਹਿੰਦੂ ਹੈ ਤਾਂ ਉਹ ਦੋਜਕ ਜਾਏਗਾ। ਕਬੀਰ ਸਾਹਿਬ ਕਹਿੰਦੇ ਐਸੀ ਗੱਲ ਨਹੀਂ ਹੈ ਵੀ ਮੁਸਲਮਾਨ ਬਣ ਗਿਆ ਤੇ ਉਹਨੂੰ ਬਹਿਸਤ ਦੀ ਪ੍ਰਾਪਤੀ ਹੋ ਜਾਣੀ। ਨਿਵੇੜਾ ਕਰਮਾਂ ਤੋਂ ਹੈ। ਕਿਉਂ ਪੁੱਛਿਆ ਸੀ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਇੱਕ ਗੱਲ ਦੱਸੋ ਵੀ ਤੁਸੀਂ ਆਪਣੀ ਇਹ ਕਿਤਾਬ ਖੋਲ੍ਹ ਕੇ ਨਾ ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਵੀ ਕੌਣ ਵੱਡਾ ਹੈ। ਉਹ ਸੋਚਦੇ ਸਨ ਵੀ ਬਾਬਾ ਨਾਨਕ ਡਰ ਕੇ ਸਾਡੇ ਧਰਮ ਦੀ ਵਿਆਖਿਆ ਕਰਨਗੇ, ਸਾਡੇ ਧਰਮ ਨੂੰ ਉੱਚਾ ਆਖਣਗੇ, ਕਿਉਂਕਿ ਸਾਡੇ ਧਰਮ ਸਥਾਨ 'ਤੇ ਆਏ ਨੇ। ਪਿਆਰ ਵੱਲੋਂ ਸੱਚ ਜਾਣਨਾ, ਗੁਰਬਾਣੀ ਜਿਹੜੀ ਹੈ, ਗੁਰਮਤਿ ਵਿਚਾਰਧਾਰਾ ਜਿਹੜੀ ਹੈ, ਉੱਥੇ ਹੁਣ ਸਾਨੂੰ ਪਤਾ ਲੱਗਦਾ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਜਵਾਬ ਦਿੱਤਾ, ਮਹਾਰਾਜ ਆਖਣ ਲੱਗੇ, ਬਾਬਾ ਆਖੈ ਹਾਜੀਆਂ, ਹੇ ਹਜ ਕਰਨ ਆਏ ਲੋਕੋ, ਬਾਬਾ ਉਹਨਾਂ ਨੂੰ ਕਹਿੰਦਾ ਹੈ ਸ਼ੁਭ ਅਮਲਾ ਬਾਝੋ ਦੋਨੋਂ ਰੋਈ। ਜੇ ਸ਼ੁਭ ਅਮਲ ਨਹੀਂ ਨਾ ਤੇ ਦੋਨੋਂ ਰੋਈ ਦਾ ਅਰਥ ਦੁਖੀ ਨੇ। ਰੋਈ ਦਾ ਅਰਥ ਰੋਣਾ ਨਹੀਂ ਹੈ, ਰੋਈ ਦਾ ਅਰਥ ਹਿੰਦੂ ਵੀ ਦੁਖੀ ਹੈ, ਮੁਸਲਮਾਨ ਵੀ ਦੁਖੀ ਹੈ। ਸ਼ੁਭ ਅਮਲ ਨਹੀਂ ਤੇ ਗੁਰਸਿੱਖੋ ਸਿੱਖ ਵੀ ਦੁਖੀ ਹੈ, ਸਿੱਖ ਵੀ ਸੁਖੀ ਨਹੀਂ ਜੇ ਸ਼ੁਭ ਅਮਲ ਨਹੀਂ। ਸ਼ੁਭ ਅਮਲ ਨੇ ਸਾਨੂੰ ਸੁਖੀ ਕਰਨਾ, ਨਹੀਂ ਤਾਂ ਦੁਖੀ ਹਾਂ ਅਸੀਂ। ਨਿਵੇੜਾ ਤਾਂ ਸ਼ੁਭ ਅਮਲਾਂ 'ਤੇ ਹੈ ਨਾ। ਅਸੀਂ ਐਵੇਂ ਪਰੇਸ਼ਾਨ ਹੋ ਜਾਂਦੇ ਛੋਟੀ ਛੋਟੀ ਗੱਲਾਂ, ਫਲਾਣੇ ਨੇ ਇਹ ਕਹਿ ਦਿੱਤਾ, ਉਹਨੇ ਇਹ ਕਹਿ ਦਿੱਤਾ। ਨਹੀਂ, ਆਪਣੇ ਅਮਲਾਂ ਨੂੰ ਸੋਧਣ ਦੀ ਲੋੜ ਹੈ। ਇਸ ਕਰਕੇ ਕਬੀਰ ਸਾਹਿਬ ਅੱਗੇ ਵਿਚਾਰ ਰੱਖ ਰਹੇ ਨੇ। ਕਹਿਣ ਲੱਗੇ, ਕਹਿੰਦੇ ਠੀਕ ਹੈ ਤੇਰੀ ਗੱਲ ਅਸੀਂ ਮੰਨ ਲੈਂਦੇ ਹਾਂ, ਪਰ ਇੱਕ ਗੱਲ ਤੈਨੂੰ ਦੱਸਾਂ। ਕਹਿਣ ਲੱਗੇ, ਸਕਤ ਸਨੇ ਕਰ ਸੁਨਤ ਕਰੀਏ, ਮੈਂ ਨਾ ਬਦੂਗਾ ਭਾਈ। ਆਖਣ ਲੱਗੇ, ਸਕਤ ਕਹਿੰਦੇ ਨੇ ਇਸਤਰੀ ਨੂੰ, ਸਨੇ ਦਾ ਅਰਥ ਹੈ ਪਿਆਰ। ਤੁਹਾਨੂੰ ਪਤਾ ਸੁਨਤ ਕਿਉਂ ਹੁੰਦੀ ਹੈ? ਵੈਸੇ ਕਹਿਣਾ ਤਾਂ ਬੜਾ ਮੁਸ਼ਕਿਲ ਹੈ। ਮੁਹੰਮਦ ਸਾਹਿਬ ਜਿਸ ਦੇ ਘਰ ਦੇ ਵਿੱਚ ਕੰਮ ਕਰਦੇ ਸਨ, ਨੌਕਰੀ ਕਰਦੇ ਸਨ, ਉਹਦੇ ਘਰ ਦਾ ਕੰਮਕਾਜ ਛੋਟਾ ਮੋਟਾ ਕੰਮ ਕਰਦੇ ਸਨ, ਅਤੇ ਮੁਹੰਮਦ ਸਾਹਿਬ ਤੋਂ ਉਮਰ ਦੇ ਵਿੱਚ 15 ਸਾਲ ਵੱਡੀ ਸੀ। ਨੌਕਰੀ ਕਰਦੇ ਕਰਦੇ ਮੁਹੰਮਦ ਸਾਹਿਬ ਛੋਟੇ ਹੁੰਦੇ ਉੱਥੇ ਘਰ ਵਿੱਚ ਨੌਕਰ ਲੱਗੇ ਸਨ, ਜਵਾਨ ਹੋ ਗਏ। ਜਵਾਨ ਹੋਏ, ਬੜੇ ਸੁੰਦਰ ਸਨ ਦੇਖਣ ਦੇ ਵਿੱਚ। ਉਹ ਜਿਹੜੀ ਬੀਬੀ ਸੀ ਜਿਹਦੇ ਘਰ ਦੇ ਵਿੱਚ ਇਹ ਨੌਕਰੀ ਕਰਦੇ ਸਨ, ਉਸ ਦਾ ਮਨ ਆ ਗਿਆ ਮੁਹੰਮਦ ਸਾਹਿਬ ਦੇ ਉੱਤੇ, ਅਤੇ ਉਸਨੇ ਕਿਹਾ ਵੀ ਮੈਂ ਤੇਰੇ ਨਾਲ ਵਿਆਹ ਕਰਨਾ। ਗਾਥਾ ਸੁਣਨਾ ਬੜੀ ਤੁਸੀਂ ਕਮਾਲ ਦੀ ਹੈ, ਜਿਹੜੀ ਗੱਲ ਤੁਸੀਂ ਸੁਣੀ ਨਹੀਂ ਹੋਣੀ ਕਦੀ। ਕਹਿਣੀ ਤਾਂ ਬੜੀ ਮੁਸ਼ਕਿਲ ਹੈ, ਪਰ ਮੈਂ ਫਿਰ ਵੀ ਯਤਨ ਕਰ ਰਿਹਾ ਕਹਿਣ ਦਾ। ਚਲੋ ਜੀ, ਦੋਨਾਂ ਦੇ ਵਿੱਚ ਸਹਿਮਤੀ ਬਣ ਗਈ। 15 ਸਾਲ ਛੋਟੇ ਸਨ ਮੁਹੰਮਦ ਸਾਹਿਬ, ਉਹ 15 ਸਾਲ ਵੱਡੀ ਸੀ।
ਦੋਨਾਂ ਦਾ ਵਿਆਹ ਹੋ ਗਿਆ। ਵਿਆਹ ਇਸ ਸ਼ਰਤ ਦੇ ਨਾਲ ਹੋਇਆ ਕਿ ਅੱਜ ਤੋਂ ਬਾਅਦ ਤੂੰ ਦੂਜੀ ਔਰਤ ਵੱਲ ਨਹੀਂ ਝਾਕੇਂਗਾ, ਮੁਹੰਮਦ ਸਾਹਿਬ ਨੂੰ ਕਿਹਾ, ਅਤੇ ਮੈਂ ਦੂਜੇ ਮਰਦ ਦੀ ਆਸ ਨਹੀਂ ਰੱਖਾਂਗੀ। ਦੋਨਾਂ ਦਾ ਜੀ ਵਿਆਹ ਹੋ ਗਿਆ। ਉਹਨਾਂ ਦਿਨਾਂ ਵਿੱਚ ਮੁਹੰਮਦ ਸਾਹਿਬ ਲੋਕਾਂ ਦੇ ਵਿੱਚ ਹੌਲੀ ਹੌਲੀ ਉਹ ਆਪਣੇ ਪ੍ਰਵਚਨ ਕਰਦੇ ਸਨ, ਲੋਕਾਂ ਨਾਲ ਗੱਲਾਂ ਸਾਂਝੀਆਂ ਕਰਦੇ ਸਨ, ਤਾਂ ਲੋਕਾਂ ਵਿੱਚ ਹਰਮਨ ਪਿਆਰੇ ਹੋ ਗਏ ਅਤੇ ਦੂਰ ਦੂਰ ਦੇ ਲੋਕ ਉਹਨਾਂ ਨੂੰ ਸੱਦਦੇ ਸਨ ਵੀ ਸਾਡੇ ਕੋਲ ਆ ਕੇ ਧਰਮ ਦੀ ਗੱਲ ਕਰੋ। ਉਹ ਆਪਣੀ ਵਿਚਾਰਧਾਰਾ ਲੋਕਾਂ ਦੇ ਸਾਹਮਣੇ ਰੱਖਦੇ ਸਨ। ਲੋਕ ਬੜੇ ਪ੍ਰਭਾਵਿਤ ਹੁੰਦੇ ਸਨ। ਜਦੋਂ ਉਹ ਆਪਣੇ ਨਗਰ ਨੂੰ ਛੱਡ ਕੇ ਦੂਜੀ ਥਾਂ 'ਤੇ ਗਏ, ਉੱਥੇ ਜਾ ਕੇ ਜਦੋਂ ਉਹਨਾਂ ਨੇ ਆਪਣੀ ਗੱਲ ਰੱਖੀ ਤਾਂ ਉੱਥੇ ਜਾ ਕੇ ਕੀ ਹੋਇਆ ਕਿ ਮੁਹੰਮਦ ਸਾਹਿਬ ਦਾ ਕਿਸੇ ਹੋਰ ਇਸਤਰੀ ਨਾਲ ਪਿਆਰ ਹੋ ਗਿਆ, ਔਰ ਉੱਥੇ ਜਾ ਕੇ ਉਹਨਾਂ ਨੇ ਮਤਲਬ ਇੱਕ ਤਰ੍ਹਾਂ 'ਤੇ ਕਹਿ ਸਕਦੇ ਹਾਂ ਕਿ ਸਰੀਰਕ ਸੰਬੰਧ ਬਣ ਗਏ। ਜਦੋਂ ਵਾਪਸ ਆਉਂਦੇ ਨੇ, ਜਿਹਦੇ ਨਾਲ ਵਿਆਹ ਕੀਤਾ ਸੀ, ਉਸਨੇ ਕਿਹਾ ਕਿ ਮੁਹੰਮਦ ਸਾਹਿਬ, ਤੁਹਾਡੀ ਅਤੇ ਮੇਰੀ ਇੱਕ ਗੱਲ ਹੋਈ ਸੀ ਵੀ ਜੇ ਮੈਂ ਹੋਰ ਮਰਦ ਦੀ ਤਾਂਗ ਰੱਖਾਂਗੀ ਤਾਂ ਮੇਰਾ ਸਿਰ ਵੱਢ ਦੇਣਾ, ਜੇ ਤੁਸੀਂ ਹੋਰ ਪਾਸੇ ਜਾਓਗੇ ਮੈਂ ਤੁਹਾਡਾ ਸਿਰ ਵੱਢ ਦਾਂਗੀ। ਪਰ ਤੁਸੀਂ ਉੱਥੇ ਜਾ ਕੇ ਡੋਲ ਗਏ, ਆਪਣੇ ਵਚਨ 'ਤੇ, ਆਪਣੇ ਪ੍ਰਣ 'ਤੇ ਪੂਰੇ ਨਾ ਰਹੇ, ਤੁਸੀਂ ਪ੍ਰਣ ਤੋੜਿਆ। ਅਤੇ ਮੈਂ ਹਾਂ ਇਸਤਰੀ, ਮੈਂ ਤੁਹਾਨੂੰ ਕਤਲ ਤਾਂ ਨਹੀਂ ਕਰ ਸਕਦੀ, ਮੈਂ ਤੁਹਾਨੂੰ ਕਤਲ ਤਾਂ ਨਹੀਂ ਕਰ ਸਕਦੀ, ਪਰ ਜਿਹੜੇ ਅੰਗ ਉਸਦੇ ਨਾਲ ਟੱਚ ਹੋਏ ਨੇ ਉਹ ਮੈਂ ਤੁਹਾਡੇ ਕੱਢ ਦਿੰਦੀ ਹਾਂ। ਮੁਹੰਮਦ ਸਾਹਿਬ ਦੇ ਉਹ ਅੰਗ ਰਾਤ ਨੂੰ ਉਹਨੇ ਕੱਢ ਦਿੱਤੇ, ਲਵਾਂ ਦੇ ਵਾਲ ਕੱਢ ਦਿੱਤੇ, ਛਾਤੀ ਦੇ ਵਾਲ ਕੱਢ ਦਿੱਤੇ, ਸੁੰਨਤ ਕਰ ਦਿੱਤੀ। ਕਹਿੰਦੇ ਇਹ ਸੌਖੀਆਂ ਗੱਲਾਂ ਨਹੀਂ ਹਨ, ਇਹ ਬੜੀਆਂ ਡੂੰਘੀਆਂ ਰਮਜ਼ਾਂ ਨੇ ਧਰਮ ਦੀਆਂ, ਜਿਹੜੀ ਕਬੀਰ ਸਾਹਿਬ ਨੇ 2 ਅੱਖਰਾਂ 'ਚ ਕਹਿ ਦਿੱਤਾ, ਮੈਨੂੰ ਵੱਡਾ ਕਰਕੇ ਕਹਿਣਾ ਪੈ ਰਿਹਾ। ਸਖਤ ਸਨੇ ਉਹਨਾਂ ਨੇ 2 ਅੱਖਰ ਵੜ ਦਿੱਤੇ ਵੀ ਇਸਤਰੀ ਦੇ ਪਿਆਰ ਵਿੱਚ ਸੁੰਨਤ ਕੀਤੀ ਜਾਂਦੀ ਹੈ। ਪਰ ਜੇ ਮੈਂ ਵੀ ਇਤਨਾ ਕਹਿ ਕੇ ਚਲਾ ਜਾਵਾਂ, ਤੁਹਾਨੂੰ ਸਮਝ ਤੇ ਕੋਈ ਨਹੀਂ ਆਣੀ ਨਾ। ਜੇ ਮੈਂ ਇਤਨਾ ਕਹਿ ਕੇ ਚੱਲਾਂ, ਤੁਹਾਨੂੰ ਸਮਝ ਕੋਈ ਨਹੀਂ ਆਣੀ ਇਸਤਰੀ ਦੇ ਪਿਆਰ ਵਿੱਚ ਸੁੰਨਤ ਹੁੰਦੀ। ਇਹ ਕੀ ਕਹਾਣੀ ਹੈ? ਇਹਦੇ ਪਿੱਛੇ ਇਹ ਲੌਜਿਕ ਸੀ, ਜਦੋਂ ਰਾਤ ਨੂੰ ਇਹ ਕੁਛ ਹੋਇਆ, ਕਿਉਂਕਿ ਉਹ ਕਹਿੰਦੇ ਵੀ ਮੈਂ ਪਤੀ ਬਿਰਤਾ ਧਰਮ ਨੂੰ ਮੰਨਦੀ ਹਾਂ, ਤੂੰ ਮੇਰਾ ਖਸਮ ਹੈ ਅਤੇ ਮੈਂ ਤੇਰੀ ਇਸਤਰੀ ਹਾਂ, ਮੈਂ ਤੈਨੂੰ ਕਤਲ ਤੇ ਨਹੀਂ ਕਰ ਸਕਦੀ, ਪਰ ਮੈਂ ਜਿਹੜੇ ਅੰਗ ਟੱਚ ਹੋਏ ਨੇ ਉਹ ਮੈਂ ਤੇਰੇ ਵੱਢ ਦੇਣੇ। ਉਹਨੇ ਵੱਢ ਦਿੱਤੇ। ਸਵੇਰੇ ਹੋਈ, ਮੁਹੰਮਦ ਸਾਹਿਬ ਨੇ ਸੋਚਿਆ ਵੀ ਹੁਣ ਮੈਂ ਲੋਕਾਂ ਦੇ ਸਾਹਮਣੇ ਕਿਵੇਂ ਪੇਸ਼ ਹੋਵਾਂਗਾ, ਮੇਰੇ ਕੋਲ ਇਤਨੇ ਲੋਕ ਆਉਂਦੇ ਨੇ, ਉਹਨਾਂ ਨੂੰ ਕੀ ਜਵਾਬ ਦਊਂਗਾ। ਉਹਨਾਂ ਨੇ ਸਵੇਰੇ ਉੱਠ ਕੇ ਕਿਹਾ ਵੀ ਅੱਲਾਹ ਤਾਲਾ ਦਾ ਇਲਾਮ ਹੋਇਆ ਵੀ ਮੈਨੂੰ ਮੰਨਣ ਵਾਲਾ ਉਹੀ ਹੋਏਗਾ ਜਿਹੜਾ ਸੁੰਨਤ ਕਰੇਗਾ, ਜਿਹੜਾ ਲਵਾ ਦੇ ਬਲ ਕੱਟੇਗਾ, ਜਿਹੜਾ ਛਾਤੀ ਦੇ ਵਾਲ ਕੱਟੇਗਾ, ਮੈਨੂੰ ਮੰਨਣ ਵਾਲਾ ਉਹੀ ਹੋਏਗਾ। ਔਰ ਉਸ ਤੋਂ ਬਾਅਦ ਹੀ ਧਾਰਮਿਕ ਗ੍ਰੰਥਾਂ ਦੀ ਬਰੀਕੀ ਨੂੰ ਪੜ੍ਹੀਏ ਤਾਂ ਇਹ ਜਿਹੜੇ 3-4 ਵਿਆਹ ਦੀ ਗੱਲ ਹੈ, ਉਸ ਤੋਂ ਬਾਅਦ ਹੀ ਸ਼ੁਰੂ ਹੋਈ ਹੈ ਸਾਰੀ। ਵੀ ਅੱਲਾਹ ਤਾਲਾ ਨੇ ਇਹ ਵੀ ਕਿਹਾ ਵੀ 1 ਤੋਂ ਵੱਧ ਤੁਸੀਂ ਵਿਆਹ ਕਰਾ ਸਕਦੇ ਹੋ, ਨਹੀਂ ਤਾਂ ਗੁਰਬਾਣੀ ਕਹਿੰਦੀ ਹੈ, ਕਹਿੰਦੇ ਨੇ ਸਿੱਖੀ ਦੇ ਵਿੱਚ ਜੋ ਰਹਿਤਨਾਮੇ ਅਸੀਂ ਪੜ੍ਹਦੇ ਨੇ, ਪਰ ਬੇਟੀ ਕੋ ਬੇਟੀ ਜਾਣੈ, ਪਰ ਇਸਤਰੀ ਕੋ ਮਾਤ ਬਖਾਣੈ, ਆਪਨ ਇਸਤਰੀ ਸੂਰਤ ਹੋਈ, ਰਹਿਤਬਾਨ ਗੁਰ ਕਾ ਸਿੰਘ ਹੈ ਸੋਈ, ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੈ। ਇਹ ਸਿੱਖੀ ਦੇ ਸਿਧਾਂਤ ਹੈ। ਮੈਂ ਥੋੜ੍ਹੀ ਤਾਂ ਗੱਲ ਕਰ ਰਿਹਾ, ਵਿੱਚ ਵੀ ਸਾਨੂੰ ਗੱਲ ਪਕੜ 'ਚ ਆ ਜਾਏ। ਮੁਹੰਮਦ ਸਾਹਿਬ ਨੇ ਐਲਾਨ ਕਰ ਦਿੱਤਾ ਵੀ ਜਿਹੜਾ ਮੈਨੂੰ ਮੰਨਦਾ, ਜਿਹੜੀ ਮੇਰੀ ਵਿਚਾਰਧਾਰਾ ਨਾਲ ਸਹਿਮਤ ਹੈ, ਉਹਨੂੰ ਸੁੰਨਤ ਕਰਨੀ ਪੈਣੀ। ਉੱਥੋਂ ਫਿਰ ਇਹ ਸੁੰਨਤ ਸ਼ੁਰੂ ਹੋਈ ਸੀ, ਪਰ ਸੁੰਨਤ ਦੇ ਪਿੱਛੇ ਸੀ ਇੱਕ ਔਰਤ। ਇਸ ਕਰਕੇ ਕਬੀਰ ਸਾਹਿਬ ਨੇ 2 ਅੱਖਰਾਂ 'ਚ ਕਹਿ ਦਿੱਤਾ, ਸਖਤ ਸਨੇ ਕਰ ਸੁੰਨਤ ਕਰੀਏ, ਪਾਓ ਕਿ ਇਹ ਸੁੰਨਤ ਤਾਂ ਇਸਤਰੀ ਦੇ ਪਿਆਰ ਦੀ ਖਾਤਰ ਕੀਤੀ ਜਾਂਦੀ ਹੈ। ਜਿਹੜੀ ਸੁੰਨਤ ਹੁੰਦੀ ਹੈ ਇਸਤਰੀ ਦੇ ਪਿਆਰ ਦੇ ਖਾਤਰ ਕੀਤੀ ਜਾਂਦੀ ਹੈ। ਮੈਂ ਨਾ ਵਧੂਗਾ ਭਾਈ, ਹੇ ਭਾਈ ਮੈਂ ਨਹੀਂ ਮੰਨ ਸਕਦਾ ਕਿ ਇਸ ਦਾ ਰੱਬ ਦੇ ਮਿਲਣ ਨਾਲ ਕੋਈ ਸੰਬੰਧ ਹੈ, ਵੀ ਸੁੰਨਤ ਕਰਕੇ ਰੱਬ ਦਾ ਮਿਲਾਪ ਹੋ ਸਕਦਾ ਹੈ। ਕਬੀਰ ਸਾਹਿਬ ਕਹਿੰਦੇ ਮੈਂ ਨਹੀਂ ਮੰਨਦਾ ਇਹ ਗੱਲ, ਹੈਨ ਮੁਸਲਮਾਨ ਨੇ ਆਪ ਵੀ, ਭਗਤ ਕਬੀਰ ਸਾਹਿਬ ਆਪ ਮੁਸਲਮਾਨ ਨੇ, ਪਰ ਕਹਿੰਦੇ ਮੈਂ ਇਹ ਨਹੀਂ ਮੰਨ ਸਕਦਾ ਵੀ ਸੁੰਨਤ ਕਰਕੇ ਖੁਦਾ ਦਾ ਧਰਮ ਮਿਲ ਜਾਏਗਾ, ਵਾਹਿਗੁਰੂ ਜੀ ਦੀ ਪ੍ਰਾਪਤੀ ਹੋ ਜਾਏਗੀ। ਇਹ ਕਹਿੰਦੇ ਮੈਂ ਬਿਲਕੁਲ ਨਹੀਂ ਮੰਨ ਸਕਦਾ। ਇਤਨੇ ਔਖੇ ਲਫ਼ਜ਼ ਨੇ, ਕੋਈ ਸੌਖੀ ਵਿਆਖਿਆ ਨਹੀਂ ਕਬੀਰ ਸਾਹਿਬ। ਮੈਂ ਕਹਿੰਦਾ ਬਹੁਤ ਔਖਾ ਕੰਮ ਹੈ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਇਹ ਗੱਲ ਮੈਂ ਨਹੀਂ ਮੰਨਾਂਗਾ। ਫਿਰ ਕਹਿਣ ਲੱਗੇ, ਜੋ ਰੇ ਖੁਦਾਏ ਮੋਹਿ ਤੁਰਕ ਕਰੇਗਾ, ਆਪਨ ਹੀ ਕਟ ਜਾਈ। ਆਖਣ ਲੱਗੇ ਜੇ ਖੁਦਾ ਨੇ ਮੈਨੂੰ ਮੁਸਲਮਾਨ ਕਰਨਾ ਹੋਇਆ ਨਾ, ਪਾਓ ਕਿ ਜੇ ਰੱਬ ਚਾਹੇ ਮੈਨੂੰ ਮੁਸਲਮਾਨ ਬਣਾਉਣਾ ਹੋਇਆ ਤਾਂ ਮੇਰੀ ਸੁੰਨਤ ਆਪਣੇ ਆਪ ਹੀ ਹੋ ਜਾਏਗੀ। ਵੀ ਰੱਬ ਜੇ ਮੈਨੂੰ ਚਾਹੁੰਦਾ ਵੀ ਮੁਸਲਮਾਨ ਹੋਵਾਂ ਮੈਂ,
ਮੁਸਲਮਾਨ ਹੋਣ ਦੇ ਨਾਲ ਬਹਿਸ਼ਤ ਮਿਲਦਾ ਹੈ, ਮੁਸਲਮਾਨ ਹੋਣ ਦੇ ਨਾਲ ਬਹਿਸ਼ਤ ਦੀ ਪ੍ਰਾਪਤੀ ਹੁੰਦੀ ਹੈ, ਮੁਸਲਮਾਨ ਹੋਣ ਦੇ ਨਾਲ ਖੁਦਾ ਦਾ ਦਰਵਾਜ਼ਾ ਬਣ ਜਾਂਦਾ ਹੈ। ਅਤੇ ਜੇ ਮੁਸਲਮਾਨ ਮੈਨੂੰ ਮੁਸਲਮਾਨ ਕਰਨਾ ਜਾਏਗਾ ਖੁਦਾ, ਤਾਂ ਮੇਰੀ ਸੁਨਨਤ ਆਪਣੇ ਆਪ ਕਰ ਦੇਗਾ, ਕਿਉਂਕਿ ਉਸ ਰੱਬ ਨੇ ਸਾਨੂੰ ਇਨਸਾਨ ਬਣਾ ਕੇ ਭੇਜਿਆ। ਹੋਰ ਇੱਕ ਹੋਰ ਦਾਸ ਬੇਨਤੀ ਕਰੇ ਇੱਥੇ, ਕਿਉਂਕਿ ਜਦੋਂ ਕਵੀ ਸਾਹਿਬ ਗੱਲ ਕਰ ਰਹੇ ਨੇ, ਜੋਰੇ ਖੁਦਾਏ ਮੋਹਿ ਤੁਰਕ ਕਰੇਗਾ ਆਪ ਨਹੀਂ ਕੱਟ ਜਾਈ, ਉਹ ਕਹਿੰਦੇ ਆਪੇ ਹੀ ਸੁਨਨਤ ਹੋ ਜਾਏਗੀ ਜੇ ਮੈਨੂੰ ਰੱਬ ਖੁਦਾ ਮੈਨੂੰ ਮੁਸਲਮਾਨ ਬਣਾਉਣਾ ਚਾਹੇਗਾ। ਬਾਕੀ ਜਿਹੜੇ ਧਰਮ ਅਸੀਂ ਦੇਖਦੇ ਹਾਂ ਉਹ ਕੈਚੀ ਅਤੇ ਉਸਤਰੇ ਨਾਲ ਹੁੰਦੇ ਆ। ਹਿੰਦੂ ਵੀਰ ਕੈਚੀ ਨਾਲ ਬਾਲ ਕਟਾ ਕੇ ਹਿੰਦੂ ਬਣਦਾ ਹੈ, ਮੁਸਲਮਾਨ ਉਸਤਰੇ ਨਾਲ ਸੁਨਨਤ ਕਰਕੇ ਮੁਸਲਮਾਨ ਬਣਦਾ ਹੈ। ਪਰ ਗੁਰੂ ਨਾਨਕ ਨੇ ਉਸ ਧਰਮ ਦਾ ਪ੍ਰਚਾਰ ਕੀਤਾ ਜਿਹੜਾ ਰੱਬੀ ਧਰਮ ਹੈ। ਗੁਰੂ ਨਾਨਕ ਦਾ ਧਰਮ ਨਹੀਂ, ਇਹ ਰੱਬੀ ਧਰਮ ਹੈ। ਇਹ ਵੀ ਤੁਹਾਨੂੰ ਮੈਂ ਬੇਨਤੀ ਕਰਾਂ, ਜੋ ਸਾਡੇ ਕੋਲ ਸਰੂਪ ਹੈ ਨਾ, ਇਹ ਰੱਬੀ ਸਰੂਪ ਹੈ। ਇਹ ਕੈਚੀ ਨਾਲ ਨਹੀਂ ਬਣਿਆ, ਇਸਤਰੇ ਨਾਲ ਨਹੀਂ ਬਣਿਆ। ਇਹ ਖੁਦਾ ਦਾ ਰੀਅਲ ਸਰੂਪ ਹੈ, ਇਹ ਉਹਦੀ ਕੁਦਰਤ ਦਾ ਸਰੂਪ ਹੈ ਜੋ ਸਾਡੇ ਕੋਲ ਹੈ। ਇਹ ਤਾਂ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਵੀ ਸਰੂਪ ਸੀ। ਬਸ ਜਿਹੜੇ ਲੋਕਾਂ ਨੇ ਕੈਚੀ ਚਲਾਈ, ਜਿਹੜੇ ਲੋਕਾਂ ਨੇ ਉਸ ਤਰ੍ਹਾਂ ਚਲਾ ਗਿਆ, ਸੁਨਨਤ ਕਰ ਲਈ, ਕਿਸੇ ਨੇ ਬਾਲ ਕਟਾ ਲਏ, ਅਤੇ ਉਹ ਕਹਿਣ ਲੱਗੇ ਵੀ ਇਹ ਹਿੰਦੂ ਅਤੇ ਇਹ ਮੁਸਲਮਾਨ ਹੈ। ਅਤੇ ਜੋ ਰੱਬ ਨੇ ਨਾ ਹਿੰਦੂ ਬਣਾਇਆ ਨਾ ਮੁਸਲਮਾਨ ਬਣਾਇਆ, ਰੱਬ ਨੇ ਤਾਂ ਇਨਸਾਨ ਪੈਦਾ ਕੀਤਾ ਸੀ, ਇਨਸਾਨ ਪੈਦਾ ਕੀਤਾ ਸੀ। ਜੋ ਸਾਡਾ ਸਰੀਰ ਰੱਬ ਦਾ ਪੈਦਾ ਕੀਤਾ ਹੋਇਆ। ਜੇ ਆਪਾਂ ਇਸ ਦੇ ਵਿੱਚ ਕੁਛ ਨਾ ਕਰੀਏ ਤਾਂ ਹਰ ਇੱਕ ਬੰਦਾ ਸਾਰੀ ਦੁਨੀਆ ਵਿੱਚ, ਜੇ ਅਸੀਂ ਉਸ ਨੂੰ ਆਪਣੇ ਵੱਲੋਂ ਨਾ ਬਣਾਈਏ, ਤਾਂ ਹਰ ਇੱਕ ਬੰਦਾ ਦਿੱਖ ਵਿੱਚ ਸਿੱਖ ਨਜ਼ਰ ਆਏਗਾ। ਉਚਾਰਨ ਕਰੋ ਸਤਨਾਮ, ਕਿਉਂਕਿ ਅਸਲੀ ਸਰੂਪ ਤਾਂ ਰੱਬ ਨੇ ਉਹੀ ਦਿੱਤਾ। ਕਿਉਂਕਿ ਸਿੱਖ ਦਾ ਅਰਥ ਹੈ ਜਿਹੜਾ ਕਿ ਰੱਬ ਵੱਲੋਂ ਮਿਲਿਆ ਹੋਇਆ ਸਰੂਪ ਨੂੰ ਸੰਭਾਲਣਾ ਹੀ ਸਿੱਖੀ ਹੈ। ਜੋ ਦਿੱਤਾ ਰੱਬ ਨੇ, ਜੋ ਤਨ ਦਿੱਤਾ ਹੈ, ਉਸ ਦੀ ਰੋਮਾਂ ਦੀ ਬੇਅਦਬੀ ਨਹੀਂ ਕਰਨੀ, ਉਹਦੇ ਬਣਾਏ ਹੋਏ ਸਰੀਰ ਨੂੰ ਉਸ ਤਰ੍ਹਾਂ ਹੀ ਰੱਖਣਾ। ਕਬੀਰ ਸਾਹਿਬ ਕਹਿੰਦੇ ਜੇ ਰੱਬ ਨੇ ਮੈਨੂੰ ਭਾਈ ਮੁਸਲਮਾਨ ਕਰਨਾ ਹੋਇਆ ਕਾਜੀ ਸਾਹਿਬ, ਤਾਂ ਸੁਨਨਤ ਆਪੇ ਹੋ ਜਾਏਗੀ, ਕਿਉਂਕਿ ਮੈਨੂੰ ਮੁਸਲਮਾਨ ਕਰਨਾ ਚਾਹੁੰਦਾ, ਮੁਸਲਮਾਨ ਬਣਾਉਣਾ ਚਾਹੁੰਦਾ। ਫਿਰ ਗੱਲ ਕਰ ਰਹੇ ਨੇ, ਫਿਰ ਆਖਣ ਲੱਗੇ ਸੁਨਨਤ ਕੀਏ ਤੁਰਕ ਦੇ ਹੋਏਗਾ। ਇਹ ਵੀ ਗੱਲ ਬੜੀ ਕੰਮ ਦੀ ਹੈ। ਕਹਿਣ ਲੱਗੇ ਸੁਨਨਤ ਕੀਤਿਆਂ ਜੇ ਕੋਈ ਮੁਸਲਮਾਨ ਬਣ ਜਾਵੇ ਜਾਂ ਮੁਸਲਮਾਨ ਹੋ ਜਾਵੇ, ਬਈ ਜੇ ਸੁਨਨਤ ਕਰਕੇ ਕੋਈ ਮੁਸਲਮਾਨ ਬਣ ਸਕਦਾ ਹੈ ਨਾ, ਤਾਂ ਕਹਿਣ ਲੱਗੇ ਔਰਤ ਕਾ ਕਿਆ ਕਰੀਏ, ਫਿਰ ਔਰਤ ਦੀ ਸੁਨਨਤ ਕਿਵੇਂ ਕਰੋਗੇ? ਚਲੋ ਮਰਦ ਦੀ ਸੁਨਨਤ ਹੋ ਸਕਦੀ ਹੈ, ਔਰਤ ਦਾ ਕੀ ਕਰੋਗੇ? ਬਾਕੀ ਅੱਜ ਜਦੋਂ ਇਸ ਸ਼ਬਦ ਨੂੰ ਵਿਚਾਰ ਰਿਹਾ ਸੀ, ਅਤੇ ਗੁਰਮੁਖ ਸੱਜਣਾ ਨਾਲ ਜਿਹੜੇ 20-30 ਸਾਲ ਮੁਸਲਮਾਨ ਕੰਟਰੀਆਂ 'ਚ ਰਹੇ, ਅਤੇ ਉਹਨਾਂ ਨਾਲ ਮੇਰੀ ਗੱਲਬਾਤ ਸ਼ਬਦ ਦੇ ਬਾਬਤ ਹੋਈ। ਕਿਉਂਕਿ ਮੈਂ ਜਿਹੜੀ ਗੱਲ ਕਰਦਾ ਉਹ ਯਤਨ ਕਰਦਾ ਵੀ ਜਿਹੜੀ ਗੱਲ ਕਰੀਏ ਆਪਾਂ ਸਟੇਜ 'ਤੇ, ਉਹ ਥੋੜ੍ਹੀ ਗੱਲ ਦੇ ਵਿੱਚ ਕੋਈ ਗੱਲਬਾਤ ਹੋਣੀ ਚਾਹੀਦੀ ਹੈ। ਅਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਕੁਛ ਲੋਕ ਜਿਹੜੇ ਸ਼ਰਾਰਤੀ ਲੋਕ ਨੇ, ਜਿਹੜੇ ਸ਼ਰਾਰਤੀ ਕਾਜੀ ਨੇ, ਉਹ ਔਰਤ ਦਾ ਵੀ ਖਤਨਾ ਕਰ ਦਿੰਦੇ ਹਨ। ਜੋ ਮੈਨੂੰ ਵਿਚਾਰ ਪਤਾ ਲੱਗੀ ਹੈ। ਵੈਸੇ ਕਬੀਰ ਸਾਹਿਬ ਦੀ ਤਰਕ ਇਹ ਹੈ ਵੀ ਔਰਤ ਦਾ ਜਿਹੜਾ ਹੈ ਉਹ ਕੁਛ ਨਹੀਂ ਕੀਤਾ ਜਾ ਸਕਦਾ। ਪਰ ਮੁਸਲਮਾਨ ਕੰਟਰੀ ਵਿੱਚ ਰਹੇ ਗੁਰਮੁਖ ਪਿਆਰਿਆਂ ਨਾਲ ਮੇਰੀ ਗੱਲਬਾਤ ਹੋਈ। ਮੈਂ ਉਹਨਾਂ ਨੂੰ ਪੁੱਛਿਆ, ਕਿਉਂਕਿ ਜੇ ਸ਼ਬਦ ਵਿਚਾਰਨਾ ਸੀ ਤਾਂ ਗੱਲ ਤਾਂ ਕਰਨੀ ਸੀ ਨਾ, ਵੀ ਇਸ ਸ਼ਬਦ ਨੂੰ ਆਪਾਂ ਵਿਚਾਰਨਾ ਅਤੇ ਆਪਾਂ ਕਿੱਦਾਂ ਸੰਗਤ ਦੇ ਸਾਹਮਣੇ ਰੱਖ ਸਕਦੇ। ਤੁਸੀਂ ਕਈ ਵਾਰ ਸੋਚਦੇ ਨਾ ਵੀ ਗਿਆਨ ਜੀ ਆਏ, ਬੈਠੇ, ਕਥਾ ਕਰਕੇ ਚਲੇ ਗਏ। ਇਹਦੇ ਪਿੱਛੇ ਬੜੀ ਘਾਲਣੀ ਪੈਂਦੀ ਹੈ ਕਥਾ ਕਰਨ ਵਾਸਤੇ। ਕੋਈ ਇਹ ਸ਼ਬਦ ਨਹੀਂ ਵੀ ਰੋਜ਼ ਉਹ ਸ਼ਬਦ ਪੜ੍ਹ ਦਿੱਤਾ, ਹਰ ਰੋਜ਼ ਪੜ੍ਹ ਦਿੱਤਾ, ਹਰ ਰੋਜ਼ ਉਹ ਪੜ੍ਹ ਦਿੱਤਾ। ਉਹ ਫਿਰ ਕਿਉਂਕਿ ਇੱਕ ਵਾਰੀ ਤਿਆਰ ਹੋ ਕੇ ਜਦ ਮਰਜ਼ੀ ਪੜ੍ਹ ਦਿਓ ਉਸ ਸ਼ਬਦ ਨੂੰ। ਪਰ ਜਿਹੜੇ ਗੁਰਬਾਣੀ ਦੇ ਵਿਚਾਰ ਹਰ ਰੋਜ਼ ਨਵੀਂ ਹੈ ਨਾ, ਉਸ ਵਾਸਤੇ ਬੜਾ ਕੁਛ ਸੋਚਣਾ ਪੈਂਦਾ ਵੀ ਆਪਾਂ ਕਥਾ ਕਰਨੀ ਹੈ, ਕਿਉਂਕਿ ਲਾਈਵ ਵੀ ਚੱਲ ਰਿਹਾ। ਅਤੇ ਮੈਂ ਉਹਨਾਂ ਨੂੰ ਗੱਲਬਾਤ ਕੀਤੀ ਵੀ ਮੈਨੂੰ ਇਹਦੇ ਬਾਰੇ ਕੁਛ ਦੱਸੋ। ਵੀ ਕਬੀਰ ਸਾਹਿਬ ਨੇ ਕਿਹਾ ਵੀ ਔਰਤ ਦਾ ਕੁਛ ਨਹੀਂ ਹੋ ਸਕਦਾ। ਉਹ ਕਹਿੰਦੇ ਔਰਤ ਦਾ ਵੀ ਖਤਨਾ ਕੀਤਾ ਜਾਂਦਾ ਹੈ। ਜੇ ਮਰਦ ਦੀ ਸੁਨਨਤ ਹੁੰਦੀ ਹੈ ਨਾ, ਤਾਂ ਜਿਹੜੇ ਮੁਸਲਮਾਨ ਨੇ ਕੁਛ ਐਸੇ ਸ਼ਰਾਰਤੀ ਲੋਕ ਨੇ, ਅਤੇ ਉਹਨਾਂ ਨੇ ਇੱਕ ਗੱਲ ਹੋਰ ਦੱਸੀ, ਮੈਂ ਕਿ ਖਤਨਾ ਕਿਹਦਾ ਕੀਤਾ ਜਾਂਦਾ, ਵੀ ਸਭ ਦਾ ਖਤਨਾ ਹੁੰਦਾ? ਕਹਿੰਦੇ ਨਹੀਂ। ਉਹ ਕਹਿੰਦੇ ਜਿਹੜੀ ਸ਼ਰਾਰਤੀ ਔਰਤ ਹੁੰਦੀ ਹੈ ਉਸ ਦਾ ਖਤਨਾ ਕੀਤਾ ਜਾਂਦਾ। ਜਿਹੜੀ ਮਤਲਬ ਸਾਡੇ ਦੇਸ਼ ਵਿੱਚ ਜਿਹਨੂੰ ਸ਼ਰਾਰਤੀ ਮੰਨਿਆ ਜਾਂਦਾ ਨਾ, ਉਸ ਦਾ ਫਿਰ ਖਤਨਾ ਕਰ ਦਿੱਤਾ ਜਾਂਦਾ। ਜਿਹਨੂੰ ਚੰਚਲ ਕਹਿ ਲਓ ਆਪਾਂ, ਸ਼ਰਾਰਤੀ। ਕਬੀਰ ਸਾਹਿਬ ਨੇ ਪਰ ਤਰਕ ਇਹ ਰੱਖੀ, ਕਿਉਂਕਿ ਉਸ ਵੇਲੇ ਖਤਨਾ ਹੁੰਦਾ ਨਹੀਂ ਹੋਏਗਾ। ਕਿਉਂਕਿ ਮੈਂ ਗੂਗਲ 'ਤੇ ਵੀ ਇਸ ਨੂੰ ਕਾਫੀ ਰਿਸਰਚ ਕਰਕੇ ਦੇਖਿਆ ਵੀ ਖਤਨਾ ਕੀ ਹੈ, ਸਾਰੀਆਂ ਚੀਜ਼ਾਂ ਮੈਂ ਪੜ੍ਹ ਕੇ ਦੇਖੀਆਂ, ਤਾਂ ਤੁਹਾਨੂੰ ਸੁਣਾ ਰਿਹਾ। ਮੈਂ ਐਵੇਂ ਨਹੀਂ ਵੀ ਤੁਸੀਂ ਗੂਗਲ 'ਤੇ ਚੈੱਕ ਕਰ ਸਕਦੇ ਚੀਜ਼ਾਂ ਜਾ ਕੇ। ਕੋਈ ਇਹ ਨਹੀਂ ਵੀ ਮੈਂ ਐਵੇਂ ਇੱਧਰ ਉੱਧਰ ਦੀ ਗੱਲਾਂ ਤੁਹਾਨੂੰ ਸੁਣਾ ਰਿਹਾ।
ਇਹ ਮੈਂ ਜੋ ਪੜ੍ਹਿਆ ਉਹ ਤੁਹਾਡੇ ਨਾਲ ਸਾਂਝਾ ਕਰ ਰਿਹਾ। ਹੁਣ ਕਬੀਰ ਸਾਹਿਬ ਜੀ ਨੇ ਕਿਹਾ, ਉਸ ਵੇਲੇ ਇੱਕ ਤਰਕ ਖੜੀ ਕੀਤੀ ਵੀ ਜੋ ਸੁਨਤ ਕੀਏ ਤੁਰਕ ਜੇ ਹੋਏਗਾ, ਵੀ ਜੇ ਸੁਨਤ ਕਰਕੇ ਕੋਈ ਮੁਸਲਮਾਨ ਬਣ ਸਕਦਾ ਤੇ ਔਰਤ ਕਾ ਕਿਆ ਕਰੀਏ। ਫਿਰ ਦੱਸੋ, ਤਾਂ ਸੁਨਤ ਔਰਤ ਦੀ ਤਾਂ ਸੁਨਤ ਨਹੀਂ ਹੋ ਸਕਦੀ। ਫਿਰ ਕਹਿਣ ਲੱਗੇ ਅਰਧ ਸਰੀਰੀ ਨਾਰ ਨਾ ਛੋੜਨਾ, ਤਾਤੇ ਹਿੰਦੂ ਹੀ ਰਹੀ ਹੈ। ਅਰਧ ਸਰੀਰ, ਅੱਧੇ ਸਰੀਰ ਵਾਲੀ, ਅੱਧੇ ਸਰੀਰ ਦੀ ਮਾਲਕ। ਮਨੁੱਖ ਦੇ ਅੱਧ ਸਰੀਰ ਦੀ ਮਾਲਕ ਪਾਓ ਸਾਥਣ। ਆਪਾਂ ਅਰਧਾਂਗਨੀ ਅੱਖਰ ਵਰਤਦੇ ਹਾਂ। ਅਰਧਾਂਗਨੀ ਦਾ ਅਰਥ ਹੈ ਅੱਧੇ ਸਰੀਰ ਦੀ ਮਾਲਕ ਦਾ ਅਰਥ ਹੈ ਕਿ ਦੋਨਾਂ ਦਾ ਅੱਧਾ ਅੱਧਾ ਸਰੀਰ ਮਿਲ ਕੇ ਇੱਕ ਸਰੀਰ ਹੁੰਦਾ ਹੈ, ਜਿਹਨੂੰ ਕਹਿੰਦੇ ਨੇ ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਏ ਸੋਏ। ਜੋਤ ਇੱਕ, ਮੂਰਤੀਆਂ ਦੋ। ਜੋਤ ਦਾ ਅਰਥ ਹੁੰਦਾ ਵਿਚਾਰਧਾਰਾ ਇੱਕ ਹੋਣੀ। ਜੋਤ ਦੋਨਾਂ ਵਿੱਚ ਆਪਣੀ ਆਪਣੀ ਕੰਮ ਕਰੇਗੀ। ਜੋਤ ਦਾ ਅਰਥ ਇੱਥੇ ਵਿਚਾਰਧਾਰਾ ਹੈ। ਮੂਰਤਾਂ ਦੋ, ਸਰੀਰ ਦੋ, ਬੋਡੀ ਦੋ, ਵਿਚਾਰਧਾਰਾ ਇੱਕ ਹੋਣੀ ਚਾਹੀਦੀ ਹੈ। ਉਹ ਤਨ ਪਿਰ ਕਹੀਏ ਸੋਏ। ਕਬੀਰ ਸਾਹਿਬ ਕਹਿਣਗੇ ਬਹੁਤੀ ਮਨੁੱਖ ਦੇ ਜੀਵਨ ਦੀ ਹਰ ਵੇਲੇ ਦੀ ਸਾਂਝੀ ਬਾਲ ਹੈ। ਇਹ ਤਾਂ ਕਿਸੇ ਵੇਲੇ ਸਾਥ ਛੱਡਦੀ ਨਹੀਂ, ਇਹ ਸਾਥੀ ਹੈ, ਕਬੀਰ ਸਾਹਿਬ ਕਹਿੰਦੇ ਨੇ। ਫਿਰ ਕਹਿਣ ਲੱਗੇ ਤਾਤੇ ਹਿੰਦੂ ਹੀ ਰਹੀ ਹੈ, ਪਾਓ ਕਿ ਅੱਧ ਬਾਟੇ ਰਹਿਣ ਨਾਲੋਂ ਹਿੰਦੂ ਟਿਕੇ ਰਹਿਣੇ। ਕਬੀਰ ਸਾਹਿਬ ਕਹਿੰਦੇ ਫਿਰ ਤਾਂ ਠੀਕ ਹੈ ਵੀ ਜੇ ਤੁਸੀਂ ਕਹਿੰਦੇ ਹੋ ਕਿ ਮੁਸਲਮਾਨ ਸੁਨਤ ਕਰਕੇ ਮੁਸਲਮਾਨ ਹੋ ਸਕਦਾ, ਔਰਤ ਤਾਂ ਫਿਰ ਕਦੇ ਮੁਸਲਮਾਨ ਹੋ ਹੀ ਨਹੀਂ ਸਕਦੀ। ਫਿਰ ਤਾਂ ਤੁਸੀਂ ਅੱਧੇ ਹੋ ਵੀ ਤੁਸੀਂ ਵਿਆਹ ਦੇ ਨਾਲ ਕਰ ਰਹੇ ਹੋ। ਜੇ ਮੁਸਲਮਾਨ ਨਹੀਂ ਹੋ ਸਕਦੀ ਫਿਰ ਤੁਹਾਡਾ ਸਰੀਰ ਤਾਂ ਪੂਰਾ ਨਹੀਂ ਹੋਇਆ। ਵੀ ਦੋਨੋਂ ਇੱਕ ਚੀਜ਼ ਨੂੰ ਅਪਣਾਉਣਗੇ, ਇੱਕ ਧਰਮ ਨੂੰ, ਤਾਂ ਹੀ ਪੂਰੇ ਨੇ ਨਾ। ਗੱਲ ਤਾਂ ਬੜੀ ਤਰਕ ਦੀ ਹੈ। ਫਿਰ ਕਹਿਣ ਲੱਗੇ, ਕਹਿੰਦੇ ਨੇ ਇੱਕ ਕੰਮ ਕਰੋ, ਕਹਿੰਦੇ ਛਾੜ ਕਤੇਬ ਰਾਮ ਭਜ ਬੋਰੇ। ਆਖਣ ਲੱਗੇ ਹੇ ਮਜ਼ਹਬੀ ਕਿਤਾਬਾਂ ਦੀ ਬਹਿਸਾਂ ਛੱਡ ਕੇ ਨਾ, ਬੋਰੇ ਦਾ ਅਰਥ ਹੁੰਦਾ ਝੱਲੇ, ਹੇ ਕਮਲੇ। ਹੁਣ ਕਮਲਾ ਅੱਖਰ ਵਰਤ ਰਹੇ ਨੇ, ਹੇ ਕਮਲੇ ਇਨਸਾਨ, ਹੇ ਕਮਲੇ ਮਨੁੱਖ। ਕਹਿੰਦੇ ਨੇ ਇੱਕ ਕੰਮ ਕਰ, ਛਾੜ ਕਤੇਬ, ਪਾਓ ਕਿ ਇਹ ਮਜ਼ਹਬੀ ਕਿਤਾਬਾਂ ਦੀ ਬਹਿਸਾਂ ਨੂੰ ਛੱਡ ਕੇ ਰਾਮ ਭਜ ਬੋਰੇ ਹੈ ਚੱਲੇ ਮਨੁੱਖ। ਰਾਮ ਦਾ ਅਰਥ ਰਮੇ ਹੋਏ ਰਾਮ ਨੂੰ, ਭਜ ਦਾ ਅਰਥ ਸਿਮਰ। ਇੱਥੇ ਰਾਮ ਦਾ ਅਰਥ ਰਾਮ ਚੰਦਰ ਜੀ ਨਾਲ ਨਹੀਂ ਹੈ। ਇਹ ਵੀ ਤੁਹਾਡੇ ਨਾਲ ਮੈਂ ਨਾਲ ਬੇਨਤੀ ਕਰ ਦੇਵਾਂ ਵੀ ਇਹ ਰਾਮ ਚੰਦਰ ਜੀ ਦੇ ਨਾਲ ਨਹੀਂ ਹੈ, ਇਹ ਹੈ ਰਾਮ। ਰਾਮ ਦਾ ਅਰਥ ਜਿਹੜਾ ਰਮਿਆ ਹੋਇਆ ਹੈ। ਜਿਸ ਰਾਮ ਨੂੰ ਕਬੀਰ ਸਾਹਿਬ ਨੇ ਕਿਹਾ ਵੀ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਜਿਵੇਂ ਧਰੂ ਤੇ ਪ੍ਰਹਲਾਦ ਨੇ ਜਪਿਆ, ਅਤੇ ਉਹ ਸਤਯੁਗ ਵਿੱਚ ਜਪਿਆ, ਰਾਮਚੰਦ ਜੀ ਤ੍ਰੇਤੇ ਦੇ ਵਿੱਚ ਹੋਏ। ਅਤੇ ਉਸ ਵੇਲੇ ਰਾਮ ਜਿਹੜਾ ਸੀ, ਰਾਮ ਪਾਹੋ ਰਮਿਆ ਹੋਇਆ, ਸਰਬ ਵਿਆਪਕ। ਕਹਿੰਦੇ ਇਹ ਝੱਲੇ ਮਨੁੱਖ, ਇਹ ਮਜ਼ਹਬੀ ਕਿਤਾਬਾਂ ਦੀ ਬਹਿਸਾਂ ਛੱਡ ਕੇ ਉਸ ਪਰਮਾਤਮਾ ਦੇ ਨਾਮ ਨੂੰ ਸਿਮਰ। ਔਰ ਨਾਲ ਕਹਿਣ ਲੱਗੇ ਜ਼ੁਲਮ ਕਰਤ ਹੈ ਭਾਰੀ। ਪਰ ਬੋਰੇ ਮਨੁੱਖ, ਜੇ ਤੂੰ ਬੰਦਗੀ ਛੱਡ ਕੇ ਬਹਿਸਾਂ ਵਿੱਚ ਪੈ ਗਿਆ, ਆਓ ਕਿ ਰੱਬ ਦੀ ਬੰਦਗੀ ਛੱਡ ਕੇ, ਅੱਲਾਹ ਤਾਲਾ ਦਾ ਨਾਮ ਛੱਡ ਕੇ, ਉਸ ਪ੍ਰਭੂ ਦੀ ਸਿਫਤੋ ਸਲਾਹ ਛੱਡ ਕੇ ਤੇ ਤੂੰ ਹੋਰ ਪਾਸੇ ਤੁਰ ਪਿਆ ਨਾ, ਤਾਂ ਫਿਰ ਕੀ ਹੈ, ਤੂੰ ਆਪਣੇ ਉੱਤੇ ਬੜਾ ਜ਼ੁਲਮ ਕਰ ਰਿਹਾ। ਜ਼ੁਲਮ ਕਰਤ ਹੈ ਭਾਰੀ, ਆਪਣੇ ਉੱਤੇ ਜ਼ੁਲਮ। ਸੱਜਣਾ, ਜੇ ਬਹਿਸ ਕਰਦੇ ਹਾਂ, ਜੇ ਅਸੀਂ ਤਪਦੇ ਹਾਂ ਤੇ ਦੂਜੇ ਨੂੰ ਦੁੱਖ ਨਹੀਂ ਦੇ ਰਹੇ। ਗੁਰਬਾਣੀ ਕਹਿੰਦੀ ਹੈ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਤੇਰੀ ਕਾਇਆ ਨੂੰ ਗਾਲ ਨੇ ਦੋਵੇਂ ਚੀਜ਼ਾਂ। ਕਿਉਂਕਿ ਜੋ ਬਹਿਸ ਕਰਦੇ ਗੁੱਸਾ ਆਉਂਦਾ, ਗੁੱਸਾ ਆਉਂਦਾ ਤਨ ਤਪਦਾ, ਤਨ ਨਾਸ ਸਾਡਾ ਹੁੰਦਾ। ਤਾਂ ਹੀ ਕਿਹਾ ਬਾਬਾ ਫਿਰ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ, ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗੇ ਪੱਲੇ, ਸਭ ਕੁਝ ਪਾਏ। ਗੁਰਬਾਣੀ ਦੇ ਬੜੇ ਲੋਚਕ ਕਮਾਲ ਦੇ ਨੇ। ਕਿਉਂਕਿ ਜਦੋਂ ਆਪਾਂ ਕਿਸੇ ਦੇ ਉੱਤੇ ਗੁੱਸਾ ਹੁੰਦੇ ਨਾ, ਕਿਸੇ ਦੂਜੇ ਦਾ ਕੁਛ ਨਹੀਂ ਵਿਗਾੜ ਰਹੇ ਹੁੰਦੇ, ਆਪਣੇ ਆਪ ਨੂੰ ਅਸੀਂ ਖੁਆਰ ਕਰ ਰਹੇ ਹੁੰਦੇ ਹਾਂ, ਆਪਣੇ ਆਪ ਨੂੰ ਤਪਾ ਰਹੇ ਹੁੰਦੇ ਹਾਂ, ਆਪਣਾ ਖੂਨ ਸਾੜ ਰਹੇ ਹੁੰਦੇ ਹਾਂ, ਆਪਣੇ ਵਿਚਾਰਾਂ ਨੂੰ ਖਤਮ ਕਰ ਰਹੇ ਹੁੰਦੇ ਹਾਂ, ਸੱਚਾਈ ਨੂੰ ਜੀਵਨ 'ਚੋਂ ਪਾਸੇ ਕਰ ਰਹੇ ਹੁੰਦੇ ਹਾਂ। ਤਾਂ ਹੀ ਗੁਰਬਾਣੀ ਕਹਿੰਦੀ ਕਿ ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਪਰਾਏ ਦਾ ਬੁਰਾ ਤਾਂ ਕਰਾਂਗੇ ਜਦ ਕ੍ਰੋਧ ਹੋਏਗਾ ਸਾਡੇ ਅੰਦਰ। ਜੇ ਕਿਸੇ ਉੱਤੇ ਗੁੱਸਾ ਨਹੀਂ ਨਾ, ਦੂਜੇ ਦਾ ਬੁਰਾ ਨਹੀਂ ਹੋ ਸਕਦਾ। ਗੁੱਸੇ ਤੋਂ ਬਿਨਾਂ ਕਿਸੇ ਦਾ ਬੁਰਾ ਨਹੀਂ ਹੁੰਦਾ। ਗੁੱਸੇ ਵਿੱਚ ਆ ਕੇ ਕਿਸੇ ਦਾ ਬੁਰਾ ਕਰਨਾ, ਕਿਸੇ ਦਾ ਕਤਲ ਕਰ ਦਿੱਤਾ, ਪੁੱਛੋ ਕਿਉਂ? ਅੱਜ ਕੈਦੀਆਂ ਨੂੰ ਜਾ ਕੇ ਤੁਸੀਂ ਪੁੱਛੋ ਵੀ ਤੁਸੀਂ ਇੱਥੇ ਬੈਠੇ ਹੋ ਕਿਉਂ? ਗੁੱਸਾ ਚੜ੍ਹ ਗਿਆ ਸੀ ਜੀ, ਕਤਲ ਕਰ ਦਿੱਤਾ, ਬੰਦਾ ਜੇਲ੍ਹ ਹੋ ਗਈ। ਬਹੁਤੇ ਕੰਮ ਬੰਦਾ ਨਹੀਂ ਕਰਨਾ ਚਾਹੁੰਦਾ ਪਰ ਗੁੱਸੇ ਵਿੱਚ ਹੋ ਜਾਂਦੇ ਨੇ। ਇਸ ਕਰਕੇ ਭਗਤ ਕਬੀਰ ਸਾਹਿਬ ਕਹਿੰਦੇ ਵੀ ਇਹ ਤੁਸੀਂ ਕਤਲ ਕਰ ਰਹੇ ਹੋ, ਕਿਉਂਕਿ ਆਪਣੇ ਆਪ ਦੇ ਉੱਤੇ ਗੁਨਾਹ ਕਰ ਰਹੇ ਹੋ, ਆਪਣੇ ਆਪ ਦੇ ਉੱਤੇ ਅਪਰਾਧ ਕਰ ਰਹੇ ਹੋ, ਆਪਣੇ ਆਪ ਦੇ ਉੱਤੇ ਵੱਡਾ ਜ਼ੁਲਮ ਕਰ ਰਹੇ ਹੋ। ਕਿਉਂਕਿ ਤੁਸੀਂ ਰੱਬ ਦੀ ਬੰਦਗੀ ਨੂੰ ਛੱਡ ਕੇ ਬਹਿਸਾਂ ਕਰਨ ਤੁਰ ਪਏ, ਵਾਦ ਵਿਵਾਦ ਇੱਕ ਦੂਜੇ ਨਾਲ। ਕਈ ਵਾਰੀ ਐਵੇਂ ਆਪਾਂ ਜੋ ਪਾਣੀ 'ਚ ਮਧਾਣੀ ਪਾ ਕੇ ਫੇਰੀਏ ਨਾ, ਅਤੇ ਗੁਰਬਾਣੀ ਕਹਿੰਦੀ ਵੀ ਉਹਦੇ ਵਿੱਚ ਮੱਖਣ ਦੀ ਪ੍ਰਾਪਤੀ ਨਹੀਂ ਹੈ, ਤੱਤ ਨੂੰ ਸਮਝਣ ਦੀ ਲੋੜ ਹੈ। ਇਸ ਕਰਕੇ ਕਬੀਰ ਸਾਹਿਬ ਲਾਸਟ ਪੰਕਤੀ 'ਚ ਕਹਿੰਦੇ ਨੇ
कबीर है पकड़ी टेक राम की। कबीर ने तो परमात्मा का सिमरन का आसरा लिया है। तुरक रहे पछारी ते झगड़ालू मुसलमान बहसां विच खुआर हो रहे हैं। वो एवं बेमतलब ਦੀਆਂ ਬਹਿਸਾਂ ਦਾ ਅਰਥ ਹੈ ਕਿ ਕਬੀਰ ਸਾਹਿਬ ਮੁਸਲਮਾਨ ਸਨ, ਉਹਨਾਂ ਦੇ ਨਾਲ ਕਾਜੀ ਲੋਕ ਬਹਿਸ ਕਰਦੇ ਸਨ ਵੀ ਤੁਸੀਂ ਮੁਸਲਮਾਨ ਹੋ ਕੇ ਮੁਸਲਮਾਨਾਂ ਦਾ ਪੱਖ ਕਿਉਂ ਨਹੀਂ ਪੂਰਦੇ ਤੇ ਤੁਸੀਂ ਸੱਚੀ ਗੱਲਾਂ ਕਿਉਂ ਬਿਆਨ ਕਰਦੇ ਹੋ। ਇਸ ਗੱਲ ਕਰਕੇ ਉਹ ਕਹਿ ਰਹੇ ਨੇ ਵੀ ਝਗੜਾਲੂ ਮੁਸਲਮਾਨ। ਪਚਹਾਰੀ ਦਾ ਅਰਥ ਹੈ ਪਚ ਰਹੇ ਹਨ, ਖੁਆਰ ਹੋ ਰਹੇ ਹਨ। ਇਹਦਾ ਅਰਥ ਕਬੀਰ ਸਾਹਿਬ ਨਾਲ ਵੀ ਝਗੜਾ ਕੀਤਾ ਹੋਣਾ ਉਹਨਾਂ ਕਾਜ਼ੀਆਂ ਨੇ ਵੀ ਤੂੰ ਮੁਸਲਮਾਨ ਹੋ ਕੇ ਤੇ ਜੋ ਗੱਲ ਤੂੰ ਹੋਰ ਪਾਸੇ ਲੈ ਕੇ ਜਾਣਾ। कभी तू कहना है अल्लाह एक वसित बसता है अबर मुलक किस घेरा, हिंदू मूरत नाम निवासी दो में ततना हेरा। तू एवें साढ़े ठोकी जाना फड़ के भी कहना मक्के च खुदा नहीं सारे पासे खुदा है। ये कबीर साहब ने गल्लां पहलां ऑलरेडी कह चुके कबीर साहब लोगों को। बड़ा ਵੱਡਾ विचार कबीर साहब का सी क्योंकि उन्होंने निरपक्ष विचारधारा ਨੂੰ मनुखता के सामने रखा। हैन भावें मुसलमान सन पर उन्होंने मुसलमानों ਨੂੰ भी ਤੇ ਹਿੰਦੂਆਂ ਨੂੰ ਵੀ ਉਹਨਾਂ ਨੇ ਕਿਹਾ ਸੱਚੇ ਧਰਮ ਦੇ ਧਾਰਨੀ ਹੋਈਏ। ਐਵੇਂ ਜੋ ਧਰਮਾਂ ਦੇ ਇਹਨਾਂ ਵਿਖੇੜਿਆਂ ਵਿੱਚ ਪੈ ਕੇ ਆਪਣੇ ਆਪ ਨੂੰ ਖੁਆਰ ਨਾ ਕਰੀਏ, ਕਿ ਸੱਚੇ ਇਨਸਾਨ ਬਣੀਏ, ਇਨਸਾਨੀਅਤ ਪੈਦਾ ਕਰੋ ਤਾਂ ਕਿ ਅਸੀਂ ਮਨੁੱਖਤਾ ਦੇ ਵਿੱਚ ਰਹਿ ਕੇ ਮਨੁੱਖਤਾ ਦਾ ਭਲਾ ਕਰ ਸਕੀਏ। ਇਤਨੇ ਬਚਨ ਪ੍ਰਵਾਨ। ਸਮਾਂ ਵਧੇਰੇ ਲੈ ਗਿਆ ਤੁਹਾਡਾ। ਮੇਰੀਆਂ ਭੁੱਲਾਂ ਮੇਰੀ ਝੋਲੀ 'ਚ ਪਾ ਜਾਣਾ, ਗੁਰੂ ਕੇ ਬਚਨ ਹਿਰਦੇ 'ਚ ਵਸਾਣਾ। ਫਤਿਹ ਦੀ ਸਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।